PC24 ਆ ਰਹੇ ਟੀਵੀ ਦੇ ਅੱਜ ਦੇ ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮਾਫ ਕਰ ਦੇਣਾ, ਅੱਜ ਬੜੀ ਵੱਡੀ ਕੋਤਾਹੀ ਹੋ ਗਈ। ਅਸੀਂ ਪ੍ਰੋਗਰਾਮ ਦੇ ਆਪਣਾ ਸਾਰਾ ਰਨ ਕਰ ਲਿਆ, ਪਰ ਕਿਧਰੇ ਇਹਨੂੰ ਅਸੀਂ ਲਾਈਵ ਕਰਨਾ ਭੁੱਲ ਗਏ, ਜਿਹਦੇ ਕਰਕੇ ਗਏ ਅਸੀਂ ਬੋਲਦੇ ਗਏ ਤੇ ਹੁਣੇ ਨਜ਼ਰ ਪਈ ਹੈ ਕਿ ਪ੍ਰੋਗਰਾਮ ਤੇ ਰਨ ਹੋ ਹੀ ਨਹੀਂ ਰਿਹਾ। ਮਾਫੀ ਤੇ ਜਾ ਚੁੱਕੇ ਹਾਂ। ਸਾਡਾ ਪ੍ਰੋਗਰਾਮ 10:30 ਤੋਂ 11:30 ਰਨ ਹੁੰਦਾ ਤੇ ਅਨਫੋਰਚੂਨੇਟਲੀ ਅਸੀਂ ਉਹ ਕੰਪੋਨੈਂਟ ਅੱਜ ਲੂਜ਼ ਕਰ ਗਏ ਹਾਂ। ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਜੁੜਨ ਜਾਣਗੇ ਸਾਡੇ ਗੈਸਟ ਨੇ ਜੀ ਗੁਰਲੀਨ ਔਜਲਾ। ਉਹ ਕਿਸੇ ਵੇਲੇ ਵੀ ਆ ਸਕਦੇ ਆ, ਅਸੀਂ ਉਹਨਾਂ ਦੇ ਵੇਟ ਕਰ ਰਹੇ ਹਾਂ। ਉਹਨਾਂ ਨੇ ਸਾਨੂੰ ਕਿਹਾ ਸੀ ਕਿ ਅਸੀਂ 11 ਵਜੇ ਆਵਾਂਗੇ, ਪਰ ਮੇਰੇ ਹੁਣੇ ਉਹਨਾਂ ਨਾਲ ਫੋਨ 'ਤੇ ਗੱਲ ਹੋਈ ਹੈ, ਉਹ ਥੋੜ੍ਹਾ ਜਿਹਾ ਲੇਟ ਆ। ਅਸੀਂ ਅੱਜ ਪ੍ਰੋਗਰਾਮ ਥੋੜ੍ਹਾ ਜਿਹਾ ਰੀਹੈਸ਼ ਕਰਾਂਗੇ, ਇਹਨੂੰ ਦੁਬਾਰਾ ਰਨ ਕਰਾਂਗੇ। ਅੱਜ ਅਸੀਂ ਜਿਹੜਾ ਮੁੱਖ ਕੁਐਸਚਨ ਡਿਸਕਸ ਕੀਤਾ ਸੀ ਪ੍ਰੋਗਰਾਮ ਦੇ ਵਿੱਚ, ਜਿਹੜਾ ਦੁਬਾਰਾ ਅਸੀਂ ਫੇਰ ਕਰਾਂਗੇ, ਉਹ ਇਹ ਸੀਗਾ ਕਿ ਕੀ ਇਹ ਆਪ ਮਕਾਨ ਵੇਚਣ ਲਈ ਸਹੀ ਸਮਾਂ ਹੈ ਕਿ ਨਹੀਂ ਸਮਾਂ। ਕਿਉਂਕਿ ਕੀਮਤਾਂ ਮਕਾਨਾਂ ਦੀਆਂ ਗਿਰ ਗਈਆਂ। ਇਹ ਇੱਕ ਸੰਭਾਵਿਕ ਜਿਹੀ ਚੀਜ਼ ਹੈ ਕਿ ਤੁਸੀਂ ਸੋਚ ਸਕਦੇ ਹੋ ਕਿ ਯਾਰ ਮਕਾਨਾਂ ਦੀ ਕੀਮਤਾਂ ਡਰੋਪ ਹੋਈਆਂ, ਮੈਂ ਕਿਉਂ ਨਾ ਆਪ ਵੇਚ ਲਵਾਂ। ਅਤੇ ਜੇ ਮੈਂ ਮਿਲੀਅਨ ਦਾ ਮਕਾਨ ਆ ਤੇ ਚਲੋ ਅਸੀਂ ਮੰਨ ਲੈਂਦੇ ਕਿ 5% ਕਮਿਸ਼ਨ ਪੈਂਦੀ ਤੁਹਾਨੂੰ, ਉੱਤੇ 13% HST ਪੈਂਦੀ ਹੈ, ਕਿ 5.65% ਦਾ ਮਤਲਬ ਹੈ ਕਿ $56,500 ਅਸੀਂ ਪੇ ਕਰਾਂਗੇ। ਅੱਗੇ ਹੀ ਲੂਜ਼ ਕਰ ਗਿਆ $2 ਲੱਖ, $3 ਲੱਖ, $4 ਲੱਖ ਤੇ ਅਸੀਂ ਕਿਉਂ ਪੇ ਕਰੀਏ। ਠੀਕ ਹੈ, ਸੋ ਅੰਡਰਸਟੈਂਡ ਕਰਦਾ ਮੈਂ ਤੁਹਾਡੀ ਸਿਚੁਏਸ਼ਨ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਰ ਕੀ ਤੁਸੀਂ ਇਹ ਕੰਮ ਕਰ ਸਕਦੇ ਹੋ, ਇਹ ਸਭ ਤੋਂ ਇੰਪੋਰਟੈਂਟ ਗੱਲ ਹੈ। ਅਸੀਂ ਪ੍ਰੋਗਰਾਮ ਅੱਗੇ ਲੈ ਕੇ ਜਾਣ ਤੋਂ ਪਹਿਲਾਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਜੀ ਆਇਆਂ ਆਖਦੇ ਹਾਂ ਜੀ। ਮੈਂ ਹਾਂ ਤੁਹਾਡਾ ਹੋਸਟ ਪੌਲ ਚੀਮਾ। ਅਸੀਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਸਾਡਾ ਪ੍ਰੋਗਰਾਮ ਇਸ ਵਕਤ ਦੇਖ ਰਹੇ ਜਾਂ ਦੇਖਣਗੇ, ਤੁਹਾਨੂੰ ਲੱਖ ਲੱਖ ਮੁਬਾਰਕਬਾਦ ਦੇਣੀ ਚਾਹਾਂਗੇ। ਜੇ ਤੁਹਾਡਾ ਅੱਜ ਜਨਮ ਦਿਨ ਹੈ, ਐਨੀਵਰਸਰੀ ਹੈ, ਤੁਹਾਡੇ ਘਰ 'ਚ ਕੋਈ ਨਵਾਂ ਮਹਿਮਾਨ ਮਤਲਬ ਨਵਾਂ ਬੱਚਾ ਪੈਦਾ ਹੋਇਆ, ਤੁਸੀਂ ਆਪਣੇ ਮਕਾਨ ਦੀ ਕਲੋਜ਼ਿੰਗ ਕਰ ਲਿੱਤੀ ਹੈ, ਤੁਸੀਂ ਆਪਣੇ ਇੰਸ਼ੋਰੈਂਸ ਲੈ ਕੇ ਆਪਣੀ ਆਮਦਨ ਨੂੰ ਸਿਕਿਉਰ ਕਰ ਲਿਆ, ਤਾਂ ਤੁਹਾਨੂੰ ਲੱਖ ਲੱਖ ਮੁਬਾਰਕਬਾਦ ਹੋਵੇ। ਅਸੀਂ ਪਿੱਛੇ ਸੁਣਦੇ ਆਏ ਹਾਂ ਕਿ 700 ਬੱਚਾ ਜਿਹੜਾ ਸਟੂਡੈਂਟ ਇੱਥੇ ਆਇਆ ਸੀ, ਵਿਦਿਆਰਥੀ, ਉਹ ਜੇ ਉਹਨਾਂ ਨੇ ਇੰਨੇ ਸਾਲ ਲਗਾਏ ਆ ਪਰ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ। ਉਹ ਖਬਰ ਕਿੰਨੀ ਕੁ ਸੱਚੀ ਹੈ, ਕਿੰਨੀ ਕੁ ਝੂਠੀ ਹੈ, ਆਪਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਹੋ ਸਕਦਾ ਹੈ ਗੁਰਲੀਨ ਜੀ ਨੂੰ ਇਹਦੇ ਬਾਰੇ ਹੋਰ ਇਨਫੋਰਮੇਸ਼ਨ ਹੋਵੇ, ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ। ਇਹ ਪ੍ਰੋਗਰਾਮ ਅਸੀਂ ਤਕਰੀਬਨ ਅੱਜ ਤੁਹਾਡੇ ਵਾਸਤੇ 12 ਵਜੇ ਤੱਕ ਰਨ ਕਰਾਂਗੇ, ਕਿਉਂਕਿ ਅਸੀਂ ਪਹਿਲਾਂ ਕੁਝ ਕੰਪੋਨੈਂਟ ਲੂਜ਼ ਕਰ ਗਏ ਹਾਂ, ਨਹੀਂ ਰਿਕਾਰਡ ਕਰ ਸਕੇ, ਅਤੇ ਕੁਇਕਲੀ ਅਸੀਂ ਉਸ ਵਿਸ਼ੇ 'ਤੇ ਜਾਣਾ ਚਾਹਾਂਗੇ। ਉਹ ਵਿਸ਼ਾ ਇਹ ਸੀਗਾ ਕਿ ਕੀ ਇਹ ਰਾਈਟ ਟਾਈਮ ਆ ਆਪਣਾ ਮਕਾਨ ਆਪ ਵੇਚਣ। ਮਕਾਨ ਵੇਚਣਾ ਇੱਕ ਬੜਾ ਹੀ ਟੈਕਨੀਕਲ ਜਿਹਾ ਕੰਮ ਹੈ। ਹੁਣ ਅਸੀਂ ਜੇ ਕਹੀਏ ਕਿ ਇਹ ਬੜਾ ਕੰਪਲੀਕੇਟਿਡ ਪ੍ਰੋਸੈਸ ਹੈ, ਤਾਂ ਹੋ ਸਕਦਾ ਤੁਸੀਂ ਕਹੋ ਯਾਰ ਇੱਦਾਂ ਮਾਰਦਾ, ਇਹਦੇ 'ਚ ਕੀ ਕੰਪਲੀਕੇਸ਼ਨ ਹੈ। ਬਾਹਰ ਇੱਕ ਸਾਈਨ ਲਾਣਾ ਕਿ ਜੀ ਦੇ ਉੱਤੇ ਜਾਂ ਫੇਸਬੁੱਕ 'ਤੇ ਐਡ ਪਾਉਣੀ ਆ। ਅੱਜ ਕੱਲ੍ਹ ਤਾਂ ਕਈ ਕੰਪਨੀਆਂ ਬਰੋਕਰੇਜ ਇਹੋ ਜਿਹੀਆਂ ਵੀ ਹੈਗੀਆਂ ਜਿਹੜੀਆਂ $500-700,000 ਲੈ ਕੇ MLS ਦੇ ਉੱਤੇ ਪਾ ਦਿੰਦੀਆਂ, ਕਿਉਂਕਿ ਅਸੀਂ ਪਹਿਲਾਂ ਮੁੱਛਾਂ ਨੂੰ ਵੱਢ ਦੇ ਕੇ ਕਹਿੰਦੇ ਸੀ ਭਾਈ MLS ਵਰਗਾ ਕੋਈ ਪਲੇਟਫਾਰਮ ਨਹੀਂ ਗਾ। ਉਹ ਕਹਿੰਦਾ ਉਹ ਵੀ ਕਿਹੜੀ ਗੱਲ ਹੈ, $1,000 ਖਰਚਾਂਗੇ, 56,000 ਦੇਣ ਤੋਂ ਤਾਂ ਬਚਾਂਗੇ। ਬਿਲਕੁਲ ਸਹੀ ਗੱਲ ਆ, ਉਹ ਪੋਸਟ ਕਰ ਦਿੰਦੇ ਆ, ਗੱਲ ਖਤਮ ਹੈ। ਤੁਹਾਨੂੰ ਇਹ ਹਰ ਇੱਕ ਨੂੰ ਪਤਾ ਹੈ ਮੇਰਾ ਖਿਆਲ, ਜਿਹੜੇ ਬੰਦੇ ਮਕਾਨ ਵੇਚਦੇ ਆ, ਜਿਹਨੇ ਵੇਚੇ ਆ, ਕਿ ਕਮਿਸ਼ਨ ਦੇ 2 ਹਿੱਸੇ ਹੁੰਦੇ ਆ। ਇੱਕ ਸੈਲਰ ਦੇ ਏਜੰਟ ਨੂੰ ਜਾਂਦਾ, ਇੱਕ ਬਾਇਰ ਦੇ ਏਜੰਟ ਨੂੰ ਜਾਂਦਾ। ਓਨਟਾਰੀਓ ਦੇ ਵਿੱਚ ਜਾਂ ਕਹਿ ਲਈਏ ਕਿ ਕੈਨੇਡਾ ਦੇ ਵਿੱਚ ਕੋਈ ਸਟੈਂਡਰਡ ਕਮਿਸ਼ਨ ਤਾਂ ਹੈ ਨਹੀਂ। ਇਟ ਕੁਡ ਬੀ ਐਨੀ ਨੰਬਰ, ਇਟ ਕੁਡ ਬੀ ਡਾਲਰ ਅਮਾਊਂਟ, ਇਟ ਕੁਡ ਬੀ ਪਰਸੈਂਟੇਜ, ਔਰ ਇਟ ਕੁਡ ਬੀ ਮਿਕਸ ਆਫ ਬੋਥ। ਹੁਣ ਗੱਲ ਇਹ ਹੈ ਕਿ ਜੇ ਤੁਹਾਡੇ ਤੋਂ ਕਿਸੇ ਨੇ 5% ਕਮਿਸ਼ਨ ਲਿੱਤੀ ਹੈ, 2.5 ਉਹਨੇ ਆਪ ਰੱਖਣਾ, 2.5 ਦੂਸਰੇ ਸੈਲਰ ਦੇ ਏਜੰਟ ਨੂੰ ਦੇਣਾ। ਜੇ ਉਹਨੇ ਆਪ ਵੇਚੀ ਹੈ ਦੋਨੇ ਪਾਸੇ, ਤੇ ਉਹਨੇ ਆਪਣੇ ਕੋਲ ਰੱਖਣਾ ਸਾਰਾ 5%। ਠੀਕ ਹੈ, ਬਾਕੀ ਬਰੋਕਰੇਜ ਦੇ ਕੋਲ ਚੱਕ ਜਾਣਾ, ਬਰੋਕਰੇਜ ਨੇ ਤੋੜ ਭੰਨ ਕਰਕੇ ਜੋ ਵੀ ਕਰਨਾ। ਐਨੀਵੇ 2000 ਪ੍ਰੋਸੈਸ ਔਨ ਦਾ ਅਦਰ ਸਾਈਡ ਆਫਟਰ ਦਾ ਟ੍ਰਾਂਜੈਕਸ਼ਨ ਇਜ਼ ਕੰਪਲੀਟਡ। ਪਰ ਜਦੋਂ ਤੱਕ ਮਕਾਨ ਵਿਕਦਾ ਨਹੀਂ ਗਾ, ਸਾਰੇ ਖਰਚੇ ਕਿਹਦੇ ਹੁੰਦੇ ਆ? ਰੀਅਲਟਰ ਦੇ। ਟਾਈਮ, ਮਨੀ, ਐਵਰੀਥਿੰਗ ਦੇ ਡੂ। ਨਾ ਹੁਣ ਜੇ ਮੈਂ ਫਿਰ ਗੱਲ ਕਰੂੰਗਾ, ਤੁਸੀਂ ਸ਼ਾਇਦ ਇਹਨੂੰ ਨਾ ਕੰਪਲੀਕੇਟਡ ਮੰਨੋ, ਪਰ ਕਦੇ ਕਰਕੇ ਜ਼ਰੂਰ ਦੇਖਿਓ, ਤੁਹਾਨੂੰ ਪਤਾ ਲੱਗ ਜਾਓ ਕੰਪਲੀਕੇਸ਼ਨ ਕਿੱਥੇ ਕਿੱਥੇ ਆ ਸਕਦੀ ਹੈ। ਕੰਪਲੀਕੇਸ਼ਨ ਜਿਹੜੀ ਆ ਉਹ ਦਿਖਾਉਣ ਤੋਂ ਲੈ ਕੇ ਕਲੋਜ਼ ਕਰਨ ਤੱਕ ਆ ਜਾਂਦੀ। ਹੁਣ ਮਕਾਨ ਆ ਵੇਚਣ ਲਈ ਕੁਛ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ। ਮਕਾਨ ਕਿੱਦਾਂ ਪ੍ਰੈਜ਼ੈਂਟ ਕੀਤਾ, ਸਭ ਤੋਂ ਇੰਪੋਰਟੈਂਟ ਗੱਲ ਹੈ। ਕਰਬ ਅਪੀਲ ਕਿੱਦਾਂ ਮੇਨਟੇਨ ਕੀਤੀ, ਪ੍ਰੋਪਰਟੀ ਪ੍ਰੋਪਰ ਸਟੇਜ ਹੋਈ ਕਿ ਨਹੀਂ ਹੋਈ, ਕਲਰ ਸਕੀਮ ਮੈਚ ਕਰਦੀ, ਜਿਹੜੇ ਕੋਈ ਸੋਰਸ ਹੈਗੇ ਆ ਬੈਡ ਸੋਰਸ ਹੋਣੀ ਪ੍ਰੋਪਰਟੀ, ਜਿਹੜੇ ਧੱਬੇ ਤੋਂ ਕਿਸੇ ਨੂੰ ਡਿਸਟਰੈਕਟ ਕਰ ਸਕਦੇ ਆ,
ਉਹ ਫਿਕਸ ਕੀਤੇ ਕਿ ਨਹੀਂ ਕੀਤੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਪਹਿਲੀ ਦੂਜੀ ਮੀਟਿੰਗ 'ਚ ਈਵਨ ਲਿਸਟਿੰਗ ਮਾਰਕੀਟ ਦੇ ਵਿੱਚ ਜਾਣ ਤੋਂ ਪਹਿਲਾਂ ਐਡਰੈਸ ਹੋ ਜਾਂਦਾ, ਸਟੇਜਿੰਗ ਹੋ ਜਾਂਦੀ ਹੈ, ਪ੍ਰੋਪਰਟੀ ਕਲੀਨ ਹੋ ਜਾਂਦੀ ਹੈ, ਜੇ ਪੇਂਟ ਹੋਣਾ ਪੇਂਟ ਹੋ ਜਾਂਦੀ ਹੈ, ਕਰਬ ਸੈੱਟ ਕਰਨਾ ਕਰਬ ਸੈੱਟ, ਐਵਰੀਥਿੰਗ ਇਜ਼ ਸੈੱਟ ਬਿਫੋਰ ਈਵਨ ਇਟ ਹਿਟਸ ਦਾ ਮਾਰਕੀਟ। ਕਈ ਸੈਲਰ ਜਿਹੜੇ ਹੈ ਵੇਚਦੇ ਮਕਾਨ, ਉਹ ਮੈਂ ਦੇਖਿਆ ਕਿ ਉਹ ਆਪ ਹੀ ਕਰਦੇ ਆ ਸਾਰਾ ਕੁਛ, ਉਸ ਤੋਂ ਬਾਅਦ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕੀ ਕਰੀਏ ਕੀ ਨਾ ਕਰੀਏ। ਮਕਾਨ ਨੂੰ ਲਿਸਟ ਕਰਨ ਦਾ ਇੱਕੋ ਮੰਤਵ ਹੈ ਕਿ ਕਿੰਨੇ ਘੱਟ ਤੋਂ ਘੱਟ ਸਮੇਂ 'ਚ ਅਸੀਂ ਇਹਨੂੰ ਵੇਚ ਲਈਏ, ਉਨੀ ਸਾਡੀ ਜ਼ਿੰਦਗੀ ਸੌਖੀ। ਜਿਹੜੇ ਬੰਦੇ ਹੁਣ ਕੰਮਾਂ ਕਾਰਾਂ ਤੇ ਜਾਣ ਵਾਲੇ ਆ, ਉਹਨਾਂ ਲਈ ਤਾਂ ਵੱਡੀ ਮੁਸ਼ਕਿਲ ਇਹ ਆਉਂਦੀ ਹੈ ਕਿ ਭਾਈ ਸ਼ੋਅ ਕਦੋਂ ਕਰਨਾ। ਉਹਨਾਂ ਨੇ ਲਿਖਿਆ ਹੁੰਦਾ ਜੀ ਸ਼ੋਇੰਗ ਓਨਲੀ ਔਨ ਵੀਕਐਂਡਸ ਫਰੋਮ 11 to 4 PM, ਕਿਉਂਕਿ ਵਿੱਚ ਰੋਟੀ ਵੀ ਖਾਣੀ ਹੈ, ਆਪਣੇ 36 ਕੰਮ ਵੀ ਕਰਨੇ ਆ, ਗੈਸਟ ਨੇ ਵੀ ਆਉਣਾ ਜਾਣਾ। ਮੁਹੱਲੇ 'ਚ ਤੁਰਿਆ ਫਿਰਦਾ ਕਹਿੰਦਾ ਭਾਜੀ ਮੈਨੂੰ ਮਕਾਨ ਦਿਖਾ ਦਿਓ, ਉਹਨੂੰ ਵੀ ਦਿਖਾਉਣਾ ਪੈਣਾ। ਡਿਨਰ ਕਰਨ ਲੱਗੇ ਹੋ ਕਿਸੇ ਨੇ ਦਸਤਕ ਦਿੱਤੀ, ਭਾਜੀ ਮਕਾਨ ਵੇਚ ਰਹੇ, ਮੈਂ ਦੇਖਣਾ ਸੀ, ਲੰਘ ਰਿਹਾ ਸੀ, ਮੈਂ ਦੇਖ ਲਵਾਂ, ਤੁਸੀਂ ਉਹਨੂੰ ਵੀ ਕਹੋਗੇ ਆ ਜਾ ਮਕਾਨ ਦਿਖਾ ਲਾ, ਠੀਕ ਹੈ। ਹੁਣ ਬ੍ਰੋਕਰੇਜ ਜਦੋਂ ਮਕਾਨ ਸ਼ੋਅ ਕਰਦੀ ਹੈ ਕਿਸੇ ਦਾ, ਉਹਨੂੰ ਪਤਾ ਹੁੰਦਾ ਕਿ ਜਿਹੜੇ ਮੇਰੇ ਕਲਾਇੰਟ ਹੈਗੇ ਇਹ ਕੌਣ ਨੇ, ਇਹ ਕਿੱਥੇ ਰਹਿੰਦੇ, ਇਹਨਾਂ ਦੀ ਆਈਡੀਜ਼ ਕੀ ਹੈ, ਇਹ ਕੁਆਲੀਫਾਈਡ ਵੀ ਹੈਗੇ ਆ ਬਾਇਰ ਕਿ ਇੱਦਾਂ ਹੀ ਤੁਰੇ ਫਿਰਦੇ ਆ ਸੜਕਾਂ 'ਤੇ, ਚੱਲ ਯਾਰ ਸਾਈਨ ਲੱਗਾ ਦੇਖ ਲੈਂਦੇ ਆ। ਸੋ ਉਹ ਵੈਟਿਡ ਬਾਇਰ ਹੁੰਦੇ ਆ। ਪਰ ਤੁਹਾਡੇ ਕੋਲ ਜਿਹੜਾ ਬੰਦਾ ਰਾਤ ਨੂੰ 8 ਵਜੇ ਦਰਵਾਜ਼ਾ ਖੜਕਾ ਕੇ ਆਇਆ, ਇਜ਼ ਦੈਟ ਪਰਸਨ ਅ ਵੈਟਿਡ ਪਰਸਨ। ਅਸੀਂ ਪਿੱਛੇ ਜੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਪੋਸਟਾਂ ਦੇਖਦੇ ਆ ਰਹੇ ਹਾਂ ਜਿੱਥੇ ਇਹ ਦੇਖ ਰਹੇ ਹਾਂ ਕਿ ਭਾਈ ਦਰਵਾਜ਼ਾ ਖੜਕਾਇਆ ਜਾਂ ਤੋੜਿਆ ਤੇ ਕੀ ਕਹਿੰਦੇ ਆ ਉਹਨੂੰ ਬ੍ਰੇਕ ਇਨ ਐਂਡ ਐਂਟਰ ਦੇ ਕੇਸਿਸ ਆਏ ਆ ਬੜੇ ਪਿੱਛੇ ਜੇ 4-5 ਤਾਂ ਮੈਂ ਦੇਖ ਚੁੱਕਾ ਸੋਸ਼ਲ ਮੀਡੀਆ ਉੱਤੇ। ਇਹ ਤਾਂ ਤੁਹਾਡਾ ਬੜਾ ਸੌਖਾ ਕੰਮ ਹੋ ਗਿਆ ਜੇ ਕਿਸੇ ਨੇ ਬ੍ਰੇਕ ਇਨ ਕਰਨ ਦੇ ਬਜਾਏ ਉਹਨੂੰ ਪਤਾ ਕਿ ਯਾਰ ਫੋਰ ਸੇਲ ਬਾय ਓਨਰ ਦਾ ਸਾਈਨ ਲੱਗਾ, ਦਰਵਾਜ਼ਾ ਖੜਕਾਓ, ਅੰਦਰ ਵੜ ਜਾਓ ਤੇ ਲੁੱਟ ਕੇ ਬਾਹਰ ਚੱਲ ਜਾਓ। ਫੋਰ ਸੇਲ ਬਾय ਓਨਰ ਦੇ ਵਿੱਚ ਲੋਕੀ ਓਪਨ ਹਾਊਸ ਵੀ ਕਰਦੇ ਆ, ਦੇ ਜਸਟ ਕਾਪੀ ਅ ਰੀਅਲਟਰ, ਠੀਕ ਹੈ। ਉਹ ਕੀ ਕਰਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਰੀਅਲਟਰ ਕਿੱਦਾਂ ਰਨ ਕਰਦਾ ਤੇ ਅਸੀਂ ਕਿੱਦਾਂ ਰਨ ਕਰਨਾ। ਉਹ ਦੇਖਦੇ ਜ਼ਰੂਰ ਆ ਓਪਨ ਹਾਊਸ 'ਤੇ ਜਾ ਕੇ, ਪਰ ਉਹਨਾਂ ਨੂੰ ਇੰਟਰਨਲ ਡਾਇਨਾਮਿਕਸ ਦਾ ਨਹੀਂ ਪਤਾ। ਹੁਣ ਇੱਦਾਂ ਦੇ ਬੜੇ ਇੰਸੀਡੈਂਸਿਸ ਹੋਏ ਆ ਈਵਨ ਐਟ ਰੀਅਲਟਰ ਓਪਨ ਹਾਊਸਿਸ ਜਿੱਥੇ ਕਿ ਵੈਲਿਊਏਬਲ ਜਿਹੜੀਆਂ ਉਹ ਚੋਰੀ ਹੋ ਗਈਆਂ। 6 ਬੰਦੇ ਇਕੱਠੇ ਵੜ ਗਏ, ਸਕੈਟਰ ਕਰ ਗਏ ਕਮਰਿਆਂ ਦੇ ਵਿੱਚ, ਕਿਹਨੂੰ ਕੋਈ ਬੰਦਾ ਟਰੈਕ ਕਰੇ। ਇਫ ਡਾਇਰੈਕਸ਼ਨ ਇਜ਼ ਨੋਟ ਕੈਪਟ ਡਿਊਰਿੰਗ ਓਪਨ ਹਾਊਸ ਯੂ ਵਿਲ ਆਲਵੇਜ਼ ਐਂਡ ਅਪ ਲੂਜ਼ਿੰਗ ਸਮਥਿੰਗ ਆਫ ਵੈਲਿਊ। ਤੁਹਾਨੂੰ ਪਤਾ ਲੱਗਣਾ ਉਦੋਂ ਜਦੋਂ ਤੁਹਾਨੂੰ ਇਹਦੀ ਜ਼ਰੂਰਤ ਪੈਣੀ ਹੈ। ਉਹ 4 ਦਿਨ ਬਾਅਦ ਵੀ ਜ਼ਰੂਰਤ ਪੈ ਸਕਦੀ ਹੈ। ਹੁੰਦੇ ਆ ਕੇਸਿਸ, ਸਾਡੇ ਐਡਵਾਈਜ਼ਰੀ ਨੋਟਿਸਿਸ ਰਿਲੀਜ਼ ਹੁੰਦੇ ਆ, ਭਾਈ ਆਹ ਕੰਮ ਹੋਇਆ, ਇਹ ਤੋਂ ਤੁਸੀਂ ਬਚ ਕੇ ਰਹੋ। ਕੀ ਤੁਸੀਂ ਇਹਨਾਂ ਗੱਲਾਂ ਨੂੰ ਹੈਂਡਲ ਕਰ ਸਕਦੇ ਹੋ? ਮਕਾਨ ਦੇ ਵਿੱਚ ਕਿੰਨਾ ਪੈਸਾ ਲੂਜ਼ ਕੀਤਾ, ਕਮਿਸ਼ਨ ਕਿੰਨੀ ਲੂਜ਼ ਕੀਤੀ, ਉਹ ਸੈਕੰਡਰੀ ਗੱਲ ਹੈ। ਹੁਣ ਜੇ ਤੁਹਾਡੇ ਮਕਾਨ ਦਿਖਾਉਣ ਦਾ ਜਿਹੜਾ ਟਾਈਮ ਆ ਤੁਹਾਡੇ ਕੰਮ ਦੇ ਟਾਈਮ ਨਾਲ ਓਵਰਲੈਪ ਕਰਦਾ ਤੇ ਤੁਸੀਂ ਆਪਣੀ ਜੌਬ ਨੂੰ ਰਿਸਕ ਤੇ ਪਾ ਰਹੇ, ਛੁੱਟੀਆਂ ਲੈ ਕੇ ਬੈਠੇ ਹੋਏਗਾ। ਕੈਨ ਯੂ ਹੈਂਡਲ ਸ਼ੋਇੰਗ ਦਾ ਪ੍ਰੋਪਰਟੀ? ਜੇ ਤੁਹਾਨੂੰ ਲੱਗਦਾ ਕਿ ਮੈਂ ਸ਼ੋਅ ਕਰ ਸਕਦਾ, ਬਾਈ ਆਲ ਮੀਨਸ ਡੂ ਇਟ। ਇੱਕ ਛੋਟਾ ਜਿਹਾ ਐਸਪੈਕਟ ਆ, ਮੈਂ ਤੁਹਾਨੂੰ ਇੱਕ ਮਾਈਂਡ ਸੈਟ ਦੱਸਦਾ ਕੁਛ ਪ੍ਰੈਕਟੀਕਲ ਸੈਲਰਸ ਦਾ। ਉਹ ਕਹਿੰਦੇ ਆ ਕਿ ਯਾਰ ਜੇ ਮੈਂ ਹੁਣ ਤੁਹਾਨੂੰ ਕਮਿਸ਼ਨ ਪੇ ਵੀ ਕੀਤੀ ਹੈ, ਜੇ ਮੈਂ ਲਾਸ ਵੀ ਸਫਰ ਕੀਤਾ, ਮੈਂ ਅਪਗ੍ਰੇਡ ਕਰਦਾ ਮਕਾਨ, ਮੈਂ ਵੱਡਾ ਮਕਾਨ ਲੈ ਲਿਆ ਤੇ ਉੱਥੇ ਵੀ ਮੈਂ ਸਸਤਾ ਮਕਾਨ ਲਿਆ, ਠੀਕ ਹੈ। ਜੇ ਮੇਰੇ ਕੋਲ 50-60 ਹਜ਼ਾਰ ਦਾ ਲਾਸ ਵੀ ਹੋ ਗਿਆ ਮਕਾਨ ਦੀ ਕੀਮਤ ਦੇ ਵਿੱਚ, ਤੇ ਜਦੋਂ ਮਾਰਕੀਟ ਨੇ ਰਿਵਰਸ ਸਾਈਕਲ ਜਾਣਾ, ਇਹਨੇ ਉੱਪਰ ਜਾਣਾ, ਤਾਂ ਮੈਂ ਸ਼ਾਇਦ 50 ਦੀ ਥਾਂ ਤੇ $2 ਲੱਖ ਕਮਾ ਲਵਾਂ। ਇਟਸ ਮੈਟਰ ਆਫ ਟਾਈਮ, ਇਟਸ ਜਸਟ ਮਨੀ ਇਨਵੈਸਟਡ ਇਨ ਹਾਊਸਿੰਗ, ਇਟ ਵਿਲ ਕਮ ਬੈਕ ਟੂ ਯੂ ਐਟ ਸਮ ਪੁਆਇੰਟ ਸੂਨ। ਉਹਨਾਂ ਦੀ ਇਹ ਸੋਚ ਹੈ, ਦੇ ਡੋਂਟ ਇਵਨ ਕੇਅਰ ਕਿ ਮੈਂ ਰੀਅਲਟਰ ਨੂੰ ਕਿੰਨੇ ਕਮਿਸ਼ਨ ਦੇਣੀ ਹੈ ਕਿੰਨੀ ਨਹੀਂ ਦੇਣੀ। ਆਲ ਦੇ ਆਰ ਫੋਕਸਡ ਔਨ ਮੇਕਿੰਗ ਅ ਮੂਵ ਟੂ ਦ ਨੈਕਸਟ। ਸਿੰਪਲ। ਹੁਣ ਤੁਸੀਂ ਜਿਹੜੇ ਮਕਾਨ ਦਿਖਾਣਾ, ਤੁਸੀਂ ਕਿੰਨੇ ਕੁ ਸਿਕਿਉਰਿਟੀ ਮੈਨੇਜ ਕਰ ਸਕਦੇ ਹੋ? ਵੀ ਚੈੱਕ ਆਈਡੀਜ਼ ਬਿਫੋਰ ਵੀ ਬ੍ਰਿੰਗ ਏ ਬਾਇਰ ਟੂ ਯਰ ਹਾਊਸ। ਹੁਣ ਜੇ ਤੁਹਾਡੇ ਘਰ ਕਿਸੇ ਨੇ 8 ਵਜੇ ਡੋਰ ਖੜਕਾਤਾ ਤਾਂ ਤੁਸੀਂ ਉਹਨੂੰ ਕਹੋਗੇ ਮੈਨੂੰ ਪਹਿਲਾਂ ਆਪਣੀ ਆਈਡੀ ਦਿਖਾ। ਜੇ ਅਗਲਾ ਮੰਨ ਲਓ ਗਲਤ ਆਨਸਰ ਹੈ, ਉਹਨੇ ਤੁਹਾਨੂੰ ਧੱਕਾ ਦੇ ਕੇ ਅੰਦਰ ਵੜ ਜਾਣਾ, ਉਹਨੇ ਕਹਿੰਦਾ ਦਫਾ ਹੋ ਯਾਰ, ਮੈਂ ਤਾਂ ਚੱਕਾਂ ਆਇਆ ਸਮਾਨ ਤੇ ਤੂੰ ਮੇਰੀ ਆਈਡੀ ਮੰਗਣ ਡਿਆ। ਜਾਂ ਤੁਹਾਨੂੰ ਗਲਤ ਫੋਨ ਨੰਬਰ ਦੇ ਕੇ ਚੱਲ ਜਾਣਗੇ, ਨਾਮ ਗਲਤ ਦੇ ਦੇਣਗੇ। ਵਾਟ ਇਜ਼ ਵੈਲੀਡੇਸ਼ਨ ਆਫ ਦੇਅਰ ਇਨਫੋਰਮੇਸ਼ਨ? ਨਹੀਂ ਹੈਗੀ ਨਾ ਕੋਈ। ਇਸ ਕਰਕੇ ਤੁਸੀਂ ਕਿੰਨਾ ਕੁ ਰਿਸਕ ਲੈਣਾ ਚਾਹੁੰਦੇ ਹੋ ਜ਼ਿੰਦਗੀ 'ਚ, ਇਹ ਆਈ ਲੀਵ ਦੈਟ ਟੂ ਯੂ। ਸੋ ਪਹਿਲਾ ਪੰਗਾ ਹੈਗਾ ਹਾਊਸ ਪ੍ਰੈਜੈਂਟੇਸ਼ਨ ਦਾ,
ਦੂਜਾ ਹੈਗਾ ਸ਼ੋਇੰਗ ਦਾ। ਇਟ ਇਜ਼ ਅ ਕੰਪਲੀਕੇਟਡ ਪ੍ਰੋਸੈਸ, ਟਰਸਟ ਮੀ। ਜੇ ਤੁਸੀਂ ਸ਼ੋਇੰਗ 4 ਕੁ ਕਰੋਗੇ ਨਾ, ਤੁਹਾਨੂੰ ਉਦੋਂ ਪਤਾ ਲੱਗ ਜਾਣਾ ਯਾਰ ਮੈਂ ਕੀ ਕਰ ਲਿਆ। ਫਿਰ ਜਿਹੜੇ ਫੋਰ ਸੇਲ ਬਾਏ ਓਨਰ ਵਾਲੇ ਜਿਹੜੇ ਬੰਦੇ ਹੈਗੇ ਆ, ਜਦੋਂ ਏਜੰਟ ਨੂੰ ਕਾਲ ਕਰਦੇ ਆ ਕਿ ਭਾਈ ਤੁਸੀਂ ਲਿਸਟ ਕਰ ਦਿਓ, ਯੂ ਹੈਵ ਆਲਰੇਡੀ ਗਿਵਨ ਯੋਰ ਲੋ ਪੁਆਇੰਟ ਆਫ ਵਾਟ ਪ੍ਰਾਈਸ ਵਿਲ ਯੂ ਐਕਸੈਪਟ। ਲੋਕੀ ਆਉਂਦੇ ਆ, ਤੁਹਾਨੂੰ ਪੁੱਛਦੇ ਆ ਕਿੰਨੇ ਪੈਸੇ ਲਓਗੇ ਭਾਜੀ, ਤੁਸੀਂ ਮਿਲੀਅਨ ਦਾ ਲਾਇਆ, 8.5 ਲੈਣੇ ਆ, ਤੁਸੀਂ ਕਹਿੰਦੇ ਨਹੀਂ ਮੈਂ 9 ਲੱਖ ਲੈਣੇ ਆ। ਗੱਲ ਖਤਮ ਹੋ ਗਈ। ਆਈ ਨੋ ਯੋਰ ਬੋਟਮ ਪ੍ਰਾਈਸ ਇਜ਼ $900,000। ਹੁਣ ਕੱਲ ਭਾਵੇਂ ਤੁਸੀਂ 2 ਮਿਲੀਅਨ ਦਾ ਲਿਸਟ ਕਰ ਲਓ, ਸਾਨੂੰ ਪਤਾ ਤੁਹਾਨੂੰ ਕਿੰਨੇ ਪੈਸੇ ਚਾਹੀਦੇ, ਵਿਲ ਟਰਾਈ ਟੂ ਬੀਟ ਯੂ ਡਾਊਨ ਟੂ ਦੈਟ ਪ੍ਰਾਈਸ। ਸੋ ਦੂਸਰੀ ਗੱਲ ਇਹ ਹੈ ਕਿ 2 ਹਿੱਸੇ ਕੰਪੋਨੈਂਟ ਹੈਗੇ ਆ ਕਮਿਸ਼ਨ ਦੇ, ਬਾਇਰ ਏਜੰਟਸ ਕਮਿਸ਼ਨ, ਸੈਲਰ ਏਜੰਟਸ। ਹੁਣ ਤੁਸੀਂ ਬਚਾ ਕੇ ਰਹੇ ਹੋ ਸੈਲਰ ਏਜੰਟ ਕਮਿਸ਼ਨ, ਵਿਚ ਕੁਡ ਬੀ ਐਨੀ ਅਮਾਊਂਟ। ਬੜੇ ਐਗਰੈਸਿਵ ਕਈ ਰੀਅਲਟਰਸ ਹੈਗੇ ਆ ਜਿਹੜੇ ਕਹਿਣਗੇ ਭਾਜੀ ਮੈਂ 1% ਲਿਸਟ ਕਰ ਦੂੰਗਾ, 2.5% ਦੂਜੇ ਨੂੰ ਦਾਂਗੇ, ਜਾਂ ਮੈਂ ਅੱਧੇ 'ਚ ਕਰ ਲੂੰਗਾ, 999 'ਚ ਕਰ ਲੂੰਗਾ, ਜਾਂ $500 'ਚ ਕਰ ਲੂੰਗਾ, ਬਗਲਾ ਬਲਾ ਬਲਾ। ਠੀਕ ਹੈ, ਹੁਣ ਤੁਸੀਂ ਦੂਸਰੇ ਏਜੰਟ ਦੀ ਕਮਿਸ਼ਨ ਤਾਂ ਪੇ ਕਰਨੀ ਹੈ, ਕਿਉਂਕਿ ਮੋਸਟ ਆਫ ਦਾ ਬਾਇਰਸ ਲਾਈਕ ਟੂ ਵਰਕ ਵਿਦ ਦੇਅਰ ਰੀਅਲਟਰ ਫॉर ਪ੍ਰੋਫੈਸ਼ਨਲ ਗਾਈਡ। ਹੁਣ ਤੁਹਾਡੇ ਕੋਲ ਆਪਸ਼ਨ ਨਹੀਂ ਹੈਗਾ, ਤੁਸੀਂ ਕਿੰਨੇ ਕੁ ਪੈਸੇ ਬਚਾ। ਸਪੀਡ ਅਪ ਪ੍ਰੋਸੈਸ ਤੁਹਾਡਾ ਰੀਅਲਟਰ ਨਾਲ ਹੋ ਸਕਦਾ। ਦੂਸਰੀ ਗੱਲ ਇਹ ਹੈ ਕਿ ਜਿਹੜਾ ਤੁਸੀਂ ਚੈੱਕ ਕਰਨਾ ਕਿ ਤੁਸੀਂ ਇਸ ਮਾਰਕੀਟ, ਮੈਨੂੰ ਪਤਾ ਮਾਰਕੀਟ ਡਾਊਨ ਹੈ, ਮੈਨੂੰ ਪਤਾ ਤੁਸੀਂ ਪੈਸੇ ਲੂਜ਼ ਕਰਦੇ, ਮੈਨੂੰ ਪਤਾ ਤੁਹਾਨੂੰ ਕਮਿਸ਼ਨ ਪੇ ਕਰਨੀ ਪੈਣੀ, ਐਵਰੀਥਿੰਗ ਇਜ਼ ਟਰੂ, ਨਥਿੰਗ ਡਿਬੇਟੇਬਲ। ਹੁਣ ਗੱਲ ਇਹ ਹੈ ਕਿ ਇੱਕ ਰੀਅਲਟਰ ਜਿਹੜਾ ਉਹਦੀ ਮਾਰਕੀਟਿੰਗ ਐਬਿਲਿਟੀ ਇੱਕ ਐਵਰੇਜ ਹੋਮ ਓਨਰ ਦੇ ਨਾਲੋਂ ਕਿੰਨੇ ਗੁਣਾ ਜ਼ਿਆਦਾ ਹੁੰਦੀ ਹੈ। ਰਾਈਟ ਰੀਅਲਟਰ, ਮੈਂ ਨਹੀਂ ਕਹੂੰਗਾ ਕਿ ਤੁਸੀਂ ਉਹਨਾਂ ਨਾਲ ਕੰਮ ਕਰੋ ਜਿਨ੍ਹਾਂ ਦੇ ਕੋਲ ਕੋਈ ਆਪਸ਼ਨਸ ਹੀ ਨਹੀਂ ਹੈਗੇ, ਪਰ ਜਿਹੜੇ ਚੰਗੇ ਰੀਅਲਟਰ ਹੈਗੇ ਆ ਉਹ ਇੱਕ ਟੀਮ ਦੇ ਨਾਲ ਕੰਮ ਕਰਦੇ ਆ। ਉਹ ਟੀਮ ਦੇ ਵਿੱਚ ਸਟੇਜਰ ਵੀ ਹੈਗੇ ਆ, ਰੈਨੋਵੇਟਰਸ ਵੀ ਹੈਗੇ ਆ, ਠੀਕ ਹੈ, ਸਾਈਨ ਰੱਖਣ ਵਾਲੇ ਵੀ ਹੈਗੇ ਆ, ਸਾਈਨ ਚੱਕਣ ਵਾਲੇ। ਸੋ ਐਵਰੀ ਕੰਪੋਨੈਂਟ ਇਜ਼ ਦੇਅਰ। ਸੋ ਇਟ ਇਜ਼ ਅ ਟਰਨ ਕੀ ਸੇਲ ਪ੍ਰੋਸੈਸ। ਤੁਸੀਂ ਸਿਰਫ ਚਾਬੀ ਫੜਾਉਣੀ ਆ, ਬਾਕੀ ਕੰਮ ਅਗਲੇ ਨੇ ਕਰ ਦੇਣੇ ਆ। Marketing is not alone MLS website or Kijiji or Facebook. It is way beyond that. Reaching out to each and every person who saw your property is also a part of marketing. ਚੰਗੇ ਰੀਅਲਟਰ ਫੋਲੋ ਅਪ ਕਰਦੇ ਆ, ਹਾਂਜੀ ਭਾਜੀ ਕਿੱਦਾਂ ਦੇਖਿਆ ਜੀ ਮਕਾਨ, ਠੀਕ ਲੱਗਿਆ, ਕਿੱਦਾਂ ਕੋਈ ਫੀਡਬੈਕ, ਕੋਈ ਤੁਹਾਡਾ ਕਲਾਇੰਟ ਜਿਹੜਾ ਆਫਰ ਪਾਉਣ ਨੂੰ ਤਿਆਰ ਹੈ, ਕਰੂਗਾ ਕਿ ਨਹੀਂ ਕਰੂਗਾ, ਬਲਾ ਬਲਾ ਬਲਾ, ਐਂਡ ਆਲ ਦੋਜ਼ ਥਿੰਗਸ ਦੇ ਡੂ ਆਸਕ। ਠੀਕ ਹੈ ਜੀ। ਤੇ ਮਾਰਕੀਟਿੰਗ ਨੂੰ ਉਹ ਟਾਈਮ ਟੂ ਟਾਈਮ ਅਮੈਂਡ ਵੀ ਕਰਦੇ ਰਹਿੰਦੇ ਕਿ ਭਾਈ ਦਿਸ ਇਜ਼ ਨੋਟ ਵਰਕਿੰਗ, ਲੈਟਸ ਟਰਾਈ ਦਿਸ ਥਿੰਗ। ਇੱਕ ਚੰਗਾ ਰੀਅਲਟਰ ਤੁਹਾਡੀ ਪ੍ਰਾਪਰਟੀ ਨੂੰ ਮਾਰਕੀਟ ਕਰਨ ਲਈ ਮਿਨੀਮਮ $500 ਤੋਂ ਲੈ ਕੇ $3000 ਤੱਕ ਵੀ ਖਰਚ ਕਰਦਾ। ਹਲੇ ਤੁਸੀਂ ਉਹਨੂੰ ਕਮਿਸ਼ਨ ਨਹੀਂ ਪੇ ਕੀਤੀ, ਉਹਨੇ ਤੁਹਾਡੀ ਪ੍ਰਾਪਰਟੀ ਸਪੈਂਡ ਕਰ ਦਿੱਤੀ। ਠੀਕ ਹੈ ਨਾ ਜੀ। ਫਿਰ ਗੱਲ ਆਉਂਦੀ ਹੈ ਜਿਹੜੀ ਤੁਹਾਡੀ ਪ੍ਰਾਪਰਟੀ ਦੀ ਮਾਰਕੀਟਿੰਗ ਹੈ ਉਹਦੀ ਵਰਡਿੰਗ ਕਿੱਦਾਂ ਦੀ। ਵਰਡਿੰਗ ਮੇਕਸ ਆਲ ਦਾ ਡਿਫਰੈਂਸ ਇਨ ਦਿਸ ਵਰਲਡ। ਤੁਸੀਂ ਲਿਸਟਿੰਗ ਦੇਖਿਆ ਉਹਨੇ ਜਿੱਥੇ ਲਿਖਿਆ ਹੁੰਦਾ ਕਿ ਭਾਈ ਰੈਨੋਵੇਸ਼ਨ ਰੈਡੀ, ਗ੍ਰੇਟ ਪ੍ਰਾਪਰਟੀ ਫॉर ਇਨਵੈਸਟਰਸ, ਰੈਨੋਵੇਟਰਸ, ਬਲਾ ਬਲਾ ਬਲਾ। ਉਹਨੇ ਤਾਂ ਲਿਖਤਾ ਕਿ ਪਤਾ ਨਹੀਂ ਬਈ ਕੀ ਇਹ ਤੇ ਲੋਕਾਂ ਨੇ ਕੁੱਦ ਕੇ ਪਏ ਨਾ, ਪਰ ਕਿੰਨੇ ਕੁ ਪਰਸੈਂਟੇਜ ਹੈਗੀ ਹੈ ਜਿਹੜੀ ਇਨਵੈਸਟਰ ਨੇ ਜਾਂ ਰੈਨੋਵੇਟਰਸ ਨੇ ਜਿਹੜੇ ਮਕਾਨ ਖਰੀਦ ਕੇ ਉਹਦੇ 'ਚ ਪੈਸੇ ਇਨਵੈਸਟ ਕਰਨਾ ਚਾਹੁੰਦੇ ਆ, ਕਿੰਨੇ ਕੁ ਹੈਗੇ। ਸੋ ਯੂ ਆਰ ਟਾਰਗੇਟਿੰਗ ਅ ਸਮਾਲ ਪਰਸੈਂਟੇਜ ਆਫ ਪੀਪਲ ਵਰਸਿਸ ਅ ਲਾਰਜ ਨੰਬਰ ਆਫ ਬਾਇਰਸ ਆਊਟ ਦੇਅਰ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਣੀ ਚਾਹੂੰਗਾ। ਮੈਂ ਤੁਹਾਨੂੰ ਇੱਕ ਲਿਸਟਿੰਗ ਸ਼ੋਅ ਕਰਦਾ ਜਿਹੜੀ ਕਿ ਕੁਛ ਸਾਲ ਪਹਿਲਾਂ ਮੈਂ ਸੈੱਲ ਕੀਤੀ ਸੀਗੀ, ਅਤੇ ਉਹਦੇ 'ਚ ਜਦੋਂ ਉਹ ਮਕਾਨ 90 ਦਿਨ ਮਾਰਕੀਟ 'ਤੇ ਰਿਹਾ ਮਿਸੀਸਾਗਾ ਦੇ ਵਿੱਚ, ਬੈਸਟ ਏਰੀਆ ਦੇ ਵਿੱਚ, ਅਤੇ ਉੱਥੇ ਉਹਦੀ ਡਿਸਕ੍ਰਿਪਸ਼ਨ ਜਦੋਂ ਮੈਂ ਦੇਖੀ ਅਤੇ ਮੇਰੀ ਜਦੋਂ ਸੈਲਰ ਦੇ ਨਾਲ ਗੱਲਬਾਤ ਹੋਈ ਤਾਂ ਮੈਨੂੰ ਕਹਿੰਦੇ ਭਾਜੀ ਇਹ ਚੰਗੇ ਸੀਜ਼ਨ ਦੇ ਵਿੱਚ 90 ਦਿਨ ਨੇ ਵਿਕਿਆ, ਹਾਊ ਵਿਲ ਯੂ ਮੇਕ ਦੈਟ ਹੈਪਨ। ਮੈਂ ਕਿਹਾ ਜੀ ਆਈ ਵਿਲ ਚੇਂਜ ਦਾ ਡਿਸਕ੍ਰਿਪਸ਼ਨ ਆਫ ਦਾ ਪ੍ਰੋਪਰਟੀ, ਦੈਟ ਇਜ਼ ਮਾਈ ਸਟਾਰਟਿੰਗ ਪੁਆਇੰਟ, ਐਂਡ ਦੈਨ ਆਈ ਵਿਲ ਸੀ ਵਾਟ ਆਈ ਕੈਨ ਡੂ ਅਬਾਊਟ। ਹੁਣ ਹੋਇਆ ਕਿ ਜੋ ਮੈਂ ਕਿਹਾ ਸੀ ਐਗਜ਼ੈਕਟਲੀ ਹੋਇਆ। ਮੈਂ ਤੁਹਾਨੂੰ ਲਿਸਟਿੰਗ ਉਹ ਦਿਖਾਣੀ ਚਾਹੂੰਗਾ। ਦਿਸ ਵਾਜ਼ ਏ ਪ੍ਰੋਪਰਟੀ ਇਨ ਮਿਸੀਸਾਗਾ। ਇਹ ਪ੍ਰੋਪਰਟੀ ਤੁਸੀਂ ਕਿਸੇ ਵੀ ਏਜੰਟ ਨੂੰ ਕਹਿ ਕੇ ਇਹਦਾ ਤੁਸੀਂ ਡਿਟੇਲ ਕਢਵਾ ਸਕਦੇ ਹੋ।
ਇਹ ਪ੍ਰਾਪਰਟੀ ਜਿਹੜੀ ਹੈ ਇਹ ਸੀਗੀ ਕੁਕਸਵਿਲ ਮਿਸਿਸਾਗਾ ਦੇ ਵਿੱਚ। ਤੁਸੀਂ ਇਹਦੇ ਨਜ਼ਰ ਮਾਰੋ ਕਿ ਇਹ ਆਪਾਂ ਗੱਲ ਕਰਦੇ ਹਾਂ 8 ਫਰਵਰੀ 2011 ਨੂੰ ਕੰਟਰੈਕਟ ਸਾਈਨ ਕੀਤਾ ਗਿਆ ਸੀਗਾ। ਇਹ ਡੇਜ਼ ਔਨ ਮਾਰਕੀਟ ਇੱਕ ਦਿਨ 'ਚ ਇਹ ਪ੍ਰਾਪਰਟੀ ਵਿਕੀ ਆ। ਹਲੇ ਸਾਡਾ ਸਾਈਨ ਨਹੀਂ ਸੀ ਲੱਗਿਆ ਵੈਨ ਵੀ ਗॉट ਦ ਆਫਰ। 435,900 ਦੀ ਲੱਗੀ ਸੀਗੀ ਤੇ 433 ਦੀ ਇਹ ਅਸੀਂ ਸੈੱਲ ਕੀਤੀ ਪ੍ਰਾਪਰਟੀ ਉਸ ਵੇਲੇ। 99% ਉਦੋਂ ਮਾਰਕੀਟ ਬੜੀ ਜੈਨੂਇਨ ਚੱਲਦੀ ਸੀ, ਉਦੋਂ ਨੈਗੋਸ਼ੀਏਸ਼ਨ 2 ਤੋਂ 4% ਤੱਕ ਲੋਕੀ ਕਰਦੇ ਸੀਗੇ। ਬਟ ਦਿਸ ਵਾਜ਼ one day and on one day we got more than 3 ਆਫਰ। ਠੀਕ ਹੈ, ਅਗਸਤ ਨੂੰ ਫਰਵਰੀ ਨੂੰ ਐਂਡ ਉਦੋਂ ਬੜਾ ਤਕੜਾ ਸਟੋਰਮ ਵੀ ਆਇਆ ਸੀਗਾ। ਸਟੋਰਮ ਅਸੀਂ ਇਹ ਫੋਟੋਆਂ ਨਹੀਂ ਯੂਜ਼ ਕੀਤੀਆਂ, ਫੋਟੋਆਂ ਅਸੀਂ ਓਲਡ ਯੂਜ਼ ਕੀਤੀਆਂ ਸੀਗੀਆਂ। ਬਟ ਸਾਡਾ ਸਾਈਨ ਲਗਾਉਣ ਜਿਹੜਾ ਬੰਦਾ ਗਿਆ ਸੀਗਾ ਉਹ ਕਹਿੰਦਾ ਸੀ ਚੀਮਾ ਸਾਹਿਬ ਕਿ ਵੀ ਸਾਈਨ ਬੜਾ ਔਖਾ ਲਗਾਉਣਾ ਐਂਡ ਹੀ ਕੁਡਨਟ ਡੂ ਇਟ। ਹਲੇ ਸਾਈਨ ਵੀ ਨਹੀਂ ਸੀ ਲੱਗਿਆ ਵੈਨ ਵੀ ਹੈਡ 3 ਆਫਰਸ। ਉਹਦੇ 'ਚ ਕੀ ਹੋਇਆ ਕਿ ਡਿਸਕ੍ਰਿਪਸ਼ਨ ਸਾਡੀ ਉੱਥੇ ਗਈ ਆਹ ਵਾਲੀ। This was the description: a beautiful detached bungalow in Cooksville village of Mississauga for quality home hunters, central location, quiet neighborhood, close to bus, all schools, hospital, recreation, shopping, blah blah blah, total privacy or enjoy it. ठीक है, during the winter months, upgraded entry, blah blah blah, everything is written here. ਇਹ ਮੇਰੀ ਲਿਸਟਿੰਗ ਸੀ। This was my office. ਤੁਹਾਨੂੰ ਮੇਰੀ ਆਫਿਸ ਦੀ ਇਨਫੋਰਮੇਸ਼ਨ ਸ਼ਾਇਦ ਇੱਥੇ ਨਹੀਂ ਦਿਖਦੀ ਕਿਉਂਕਿ ਅਸੀਂ ਇਹਦਾ ਵਿਊ ਚੇਂਜ ਕੀਤਾ, ਬਟ ਆਈ ਵਿਲ ਜਸਟ ਕਨਵਰਟ ਇਟ। ਸੋ ਦਿਸ ਇਜ਼ ਮਾਈ ਨੇਮ ਪਾਲ ਚੀਮਾ, ਰਾਈਟ। ਠੀਕ ਹੈ ਜੀ, ਆਹ ਸਾਡੀ ਡਿਸਕ੍ਰਿਪਸ਼ਨ ਸੀਗੀ ਉਹਦੇ ਉੱਤੇ। ਸੋ ਇਹਦੇ ਡਿਸਕ੍ਰਿਪਸ਼ਨ ਦੇ ਆਧਾਰ ਦੇ ਉੱਤੇ ਇਹ ਅਸੀਂ 9 ਫਰਵਰੀ ਨੂੰ ਇਹਨੂੰ ਅਸੀਂ ਸੈੱਲ ਕੀਤਾ। 8 ਫਰਵਰੀ ਨੂੰ ਅਸੀਂ ਲਿਸਟ ਕੀਤਾ ਸੀਗਾ ਇੱਕ ਦਿਨ ਦੇ ਵਿੱਚ, ਤੇ ਇਹਦੀ ਕਲੋਜ਼ਿੰਗ ਵੀ ਜਿਹੜੀ ਹੈ ਉਹ 19 ਦਿਨਾਂ ਦੇ ਅੰਦਰ ਅੰਦਰ ਹੋ ਗਈ ਸੀ। ਠੀਕ ਹੈ, ਹੁਣ ਇਹ ਜੇ ਤੁਸੀਂ ਇਹਨੂੰ ਆਪਣੇ ਦਿਮਾਗ 'ਚ ਰੱਖ ਸਕਦੇ ਹੋ ਤਾਂ ਮੈਂ ਤੁਹਾਨੂੰ ਇਹਦਾ ਸੈਕਿੰਡ ਕੰਪੋਨੈਂਟ ਦਿਖਾ ਦਿੰਦਾ ਜਿਹੜਾ ਕਿ ਇੱਥੇ ਆ ਗਿਆ। ਇੱਥੇ ਇਹ ਪਹਿਲੀ ਲਿਸਟਿੰਗ ਸੀ, ਮੈਨੂੰ ਇਹਦੀ ਇਨਫੋਰਮੇਸ਼ਨ ਥੋੜੀ ਰਿਮੂਵ ਕਰਨੀ ਪੈਣੀ ਹੈ। ਠੀਕ ਹੈ, ਇਹ ਪਹਿਲੀ ਲਿਸਟਿੰਗ ਸੀਗੀ ਐਂਡ ਦਿਸ ਵਾਜ਼ ਔਨ ਮਾਰਕੀਟ ਫॉर 90 ਡੇ। 439,900 ਦੀ ਲਿਸਟਿੰਗ ਕੀਤੀ ਸੀ ਪ੍ਰਾਪਰਟੀ, ਸੇਮ ਲਿਸਟਿੰਗ ਹੈ। ਉਹਦੇ 'ਚ ਉਸ ਤੋਂ ਬਾਅਦ ਇਹ ਕਲੋਜ਼ਿੰਗ ਵੀ ਇਮੀਡੀਏਟ ਮੰਗਦੇ ਸੀਗੇ, ਪੋਜੈਸ਼ਨ ਰਿਮਾਰਕਸ। ਠੀਕ ਹੈ, ਇਹਨਾਂ ਨੇ ਲਿਖਿਆ ਸੀਗਾ ਵੰਡਰਫੁਲ ਅਪਰਚੁਨਿਟੀ ਟੂ ਰੈਨੋਵੇਟ ਦਿਸ ਬੰਗਲੋ ਲੋਕੇਟਡ ਇਨ ਕਲਾ ਕਲਾ ਕਲਾ। ਸੋ ਆਈ ਡਿਡ ਨੋਟ ਲਾਈਕ ਦਿਸ ਵਰਡ। ਠੀਕ ਹੈ ਜੀ, ਸੋ ਕਿਉਂਕਿ ਇਹ ਮਕਾਨ ਕੈਨ ਬੀ ਲਿਵਡ ਇਨ ਹਾਊਸ, ਇਹ ਲਿਖਣ ਦੇ ਨਾਲ ਇਹਨਾਂ ਬੰਦਿਆਂ ਨੇ ਬ੍ਰੇਕ ਕਰ ਲਿਆ ਲੋਕਾਂ ਨੂੰ ਕਿ ਜਿਹੜੇ ਨਹੀਂ ਦੇਖਣ ਆ ਸਕਦੇ ਸੀਗੇ ਉਹ ਟੁੱਟ ਗਏ। ਹੁਣ ਇਹ ਮਕਾਨ ਜਦੋਂ ਲਿਸਟ ਹੋਇਆ ਸੀਗਾ, ਇਹਦੀ ਕੰਟਰੈਕਟ ਡੇਟ ਜਿਹੜੀ ਹੈ ਇਹ 1 ਅਪ੍ਰੈਲ ਦੀ 2010 ਦੀ। 1 ਅਪ੍ਰੈਲ 2010 ਤੋਂ ਲੈ ਕੇ ਇਹ 90 ਡੇਜ਼ ਮਾਰਕੀਟ ਦੇ ਰਿਹਾ। ਇਟ ਡਿਡ ਨਾਟ ਸੈਲ। ਅਪ੍ਰੈਲ, ਮਈ, ਜੂਨ ਦੀ ਬੈਸਟ ਮੰਥ। ਅਸੀਂ ਕਦੋਂ ਵੇਚਿਆ? ਜਦੋਂ ਬਰਫੀਲਾ ਮੌਸਮ ਸੀ and it was very difficult to even get into the house. This is when this house went in the market and we sold only in 1 day. ਉਹ ਵੀ ਅਸੀਂ ਡਿਲੇ ਕੀਤਾ ਆਫਰ ਲੈਣਾ ਕਿਉਂਕਿ ਸਾਡੇ ਕੋਲ ਕਈ ਹੋਰ ਬੰਦੇ ਆਏ ਹਨ। ਸੋ ਮੈਂ ਇਹ ਕਹਿਣਾ ਚਾਹਨਾ ਤੁਹਾਨੂੰ ਕਿ it makes a lot of difference when a property is sold and how it is sold. Description, language means a lot. I have sold many properties which just sold with the description. So ਕੀ ਤੁਸੀਂ ਇਹਦੇ ਲਈ ਕੰਪੀਟੈਂਟ ਹੈਗੇ ਹੋ ਇਹ ਕੰਮ ਕਰਨ ਵਾਸਤੇ? ਜੇ ਨਹੀਂ ਹੈਗੇ, do not venture into this area. Trust me, you will lose more than you will have to pay a realtor. ਇਸ ਸੀਜ਼ਨ ਦੇ ਵਿੱਚ yes, I suggest you go with the realtor. ਜਿਹਨੂੰ ਮਰਜ਼ੀ ਤੁਸੀਂ ਤੁਹਾਡਾ ਮਨ ਬੈਠਦਾ ਉਹਦੇ ਨਾਲ ਗੱਲ ਕਰ ਸਕਦੇ ਹੋ, but make sure the person is really capable of doing it. ਠੀਕ ਹੈ ਜੀ, ਉਸ ਤੋਂ ਅੱਗੇ ਅਸੀਂ ਗੱਲ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਫਿਰ ਮੁੜ ਕੇ ਤੁਹਾਡੇ ਕੋਲ ਆਉਂਦੇ। Are you looking for a reliable legal office that can handle your closing in the most effective manner? If yes, please get in touch with Rakesh Joshi at 416-213-8600.
Joshi Law Office provides all the legal advices about real estate law, business law, immigration laws, notarization and affidavits, wills and trust. Give them a call today, 416-213-8600. Are you looking for reliable immigration services? If yes, contact Sukhi Paul at 647-296-4575 or office phone number 905-790-8877. They are located at 219-220 at 7956 Torban Road. It's right at the intersection of Torban Road and Steeles Avenue West. Contact them for all kind of visa services. Are you the breadwinner for your family? Have you ever considered if something were to happen to you, what would happen to your wife, to your children, to your parents? If not, this is the time to call Kamaljeet Bola at 647-772-1481. She is an amazing insurance advisor working with Beyond Care Insurance Solutions in Brampton, Ontario. Find out what best you can do your family while you can. Do not put this thing off till tomorrow. This could be very, very critical for your family's future. Are you thinking of a career change or adding another one to your portfolio? Well, you are thinking right. Call Sarabjit Luddar at 416-879-3039 from Beyond Care Insurance Solutions. She also deals in life, long-term, travel, critical illness, disability insurance. Give her a call today at 416-879-3039. This is what we can tell you. She will always give you the right advice and help you find out if being an insurance advisor is your piece of cake. Are you thinking to sell your home and are concerned about depreciating values? Don't be. You are in safe hands with Paul Cheema. Call me at 647-333-2273. I ensure safety of your home with electronic lock boxes. Nobody can enter your house without permission from our brokerage, and we provide full detail if needed at any point in time. Once again, Paul Cheema, 647-333-2273. Better call Paul and get moving. Do you want to shop right without burning your pockets? If yes, please visit Monisha Discount Warehouse at 3. So we are kind of back because we have already wasted a lot of time. So today I'm going to bring our guest from the immigration world. She is an immigration consultant. Her name is Gurleen Aujla. ਇਹਨਾਂ ਦੀ ਜਿਹੜੀ ਕੰਪਨੀ ਦਾ ਨਾਮ ਹੈ ਜੀ ਉਹ ਹੈਗਾ ਜੀ Fourway Immigration. ਇਹ ਆਪਣੇ ਬਰੈਂਪਟਨ 'ਚ ਨੇ ਜੀ। ਇਹਨਾਂ ਦਾ ਦਫ਼ਤਰ ਜਿਹੜਾ ਹੈਗਾ ਇਹ ਹੈਗਾ ਕਾਉਂਟੀ ਕੋਡ ਤੇ ਰੇਲਾਸਨ ਦੇ ਕੋਲ। So I will bring her online. Gurleen ji, are you available here? Because I still don't see your screen. Can you open up your camera? Gurleen ji, can you open your camera so I can bring you on stage? ਅਸੀਂ ਉਹਨਾਂ ਨੂੰ ਸੁਨੇਹਾ ਭੇਜ ਦਿੱਤਾ ਤੇ ਜਦੋਂ ਉਹਨਾਂ ਦਾ ਕੈਮਰਾ ਆਨ ਹੁੰਦਾ ਤੇ ਆਈ ਵਿਲ ਬ੍ਰਿੰਗ ਹਰ ਔਨ ਸਟੇਜ। ਇਹ ਇੱਕ ਚੰਗਾ ਕੰਮ ਕਰਦੇ ਆ ਜੀ। Fourway ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਆ। ਇਹਨਾਂ ਦਾ ਜਿਹੜਾ ਦਫ਼ਤਰ ਦਾ ਐਡਰੈਸ ਹੈਗਾ ਆਈ ਵਿਲ ਜਸਟ ਚੈੱਕ ਔਨ ਦੇਅਰ ਵੈਬਸਾਈਟ। ਤੁਸੀਂ ਇਹਨਾਂ ਨੂੰ ਕਿਸੇ ਵੇਲੇ ਵੀ ਕੰਮ ਤੁਹਾਨੂੰ ਪਵੇ ਇਮੀਗ੍ਰੇਸ਼ਨ ਦਾ ਤੇ ਇਹਨਾਂ ਨੂੰ ਤੁਸੀਂ ਰੀਚ ਆਊਟ ਕਰ ਸਕਦੇ ਹੋ। ਇਹਨਾਂ ਦਾ ਐਡਰੈਸ ਜਿਹੜਾ ਮੈਨੂੰ ਵੈਬਸਾਈਟ 'ਤੇ ਸ਼ਾਇਦ ਸਮਝ ਨਹੀਂ ਆ ਰਿਹਾ ਕਿੱਥੇ ਹੈ। ਹਾਂਜੀ, ਇੱਥੇ ਕਿਧਰੇ ਹੋਣਾ। ਫੋਨ ਨੰਬਰ ਇਹਨਾਂ ਦੇ ਜ਼ਰੂਰ ਹੈਗੇ ਆ ਤੇ ਇਹਨਾਂ ਦਾ ਹੈਗਾ ਜੀ 197 ਕਾਉਂਟੀ ਕੋਡ ਬੁਲੇਵਾਰਡ ਬਰੈਂਪਟਨ ਓਨਟਾਰੀਓ L6W4P6। ਫੋਨ ਨੰਬਰ ਟੂ ਕਾਲ is 647-465-8894 639-998-1992। ਗੁਰਲੀਨ ਔਜਲਾ ਤੇ ਇਹਨਾਂ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਜੀ। ਗੁਰਲੀਨ ਜੀ, ਪਲੀਜ਼ ਟਰਨ ਕੈਮਰਾ ਔਨ so I can bring you on screen.
otherwise ਅੱਜ ਲੱਗਦਾ ਕਿ ਉਹ ਟਾਈਮ ਉੱਤੇ ਨੀਚੇ ਸਾਡਾ ਹੋਇਆ ਤੇ ਅੱਧਾ ਦਿਮਾਗ ਸਾਡਾ ਕੰਮ ਨਹੀਂ ਕਰ ਰਿਹਾ। ਸੋ ਗੁਰਲੀਨ ਜੀ ਆਲਰੇਡੀ ਪ੍ਰੋਗਰਾਮ 'ਚ ਹੈਗੇ ਆ, ਸਾਨੂੰ ਉਹਨਾਂ ਨੂੰ ਸਕਰੀਨ ਤੇ ਲੈ ਕੇ ਆਉਣਾ ਪੈਣਾ ਤੇ ਉਹਨਾਂ ਦਾ ਫੋਨ ਆਇਆ ਸੀ। ਕਈ ਵਾਰੀ ਅਸੀਂ ਵੀ ਨਾ ਥੋੜਾ ਜਿਹਾ ਅਜੀਬੋ ਗਰੀਬ ਖੋ ਜਾਂਦੇ ਆ। ਸੋ ਲੈਟ ਮੀ ਬ੍ਰਿੰਗ ਹਰ ਕੈਮਰਾ ਅਪ ਹੇਅਰ ਫॉर ਯੂ ਗਾਇਜ਼। Thanks for your patience. So here comes her camera. ਗੁਰਲੀਨ ਜੀ ਸਾਡੇ ਨਾਲ ਜੁੜ ਗਏ ਜੀ। ਗੁਰਲੀਨ ਜੀ ਅੱਜ ਤੇ ਮੈਂ ਤੁਹਾਡੇ ਤੋਂ ਮਾਫੀ ਮੰਗਣਾ ਚਾਹੂੰਗਾ ਕਿ ਆਈ ਡਿਡ ਸੋ ਮਚ ਬਲੰਡਰਸ ਟੁਡੇ, ਆਈ ਡੋਂਟ ਇਵਨ ਨੋ ਵਾਟਸ ਗੋਇੰਗ ਔਨ। ਪਹਿਲਾਂ ਤੇ ਮੈਂ ਆਪਣਾ ਬ੍ਰੌਡਕਾਸਟ ਔਨ ਕਰਨਾ ਭੁੱਲ ਗਿਆ ਐਂਡ ਕੈਪਟ ਟਾਕਿੰਗ ਐਂਡ ਟਾਕਿੰਗ ਐਂਡ ਟਾਕਿੰਗ। ਫਿਰ ਮੈਂ ਦੇਖਿਆ ਕਿ ਭਾਈ ਸਾਡਾ ਪ੍ਰੋਗਰਾਮ ਰਨ ਹੀ ਨਹੀਂ ਕਿਧਰੇ ਹੋ ਰਿਹਾ। ਉਸ ਤੋਂ ਬਾਅਦ I have to restart the whole thing. So now you are here in the program. Welcome ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ and thanks for patiently waiting and helping me to bring you back on screen. Thank you, Mr. Paul Cheema ji. Well, it's always a pleasure to share my opinion here on this platform. ਜੀ It's all good. Technical errors always happen, not a problem. ਅੱਜ ਹਿਊਮਨ ਐਰਰ ਜ਼ਿਆਦਾ ਸੀ ਟੈਕਨੀਕਲ ਨਾਲੋਂ। It happens. It happens. I totally get Yeah. it. Thanks for understanding ਜੀ, my apologies again. ਤੇ ਮੈਂ ਇਸ ਤੋਂ ਪਹਿਲਾਂ ਕਿ ਤੁਸੀਂ ਕੋਈ ਗੱਲ ਕਰੋ, ਮੈਂ ਪਿੱਛੇ ਜੇ ਲਗਾਤਾਰ ਖਬਰਾਂ ਸੁਣਦਾ ਆ ਰਿਹਾ, ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਪਿਆ ਹੋਇਆ ਕਿ 700 ਸਟੂਡੈਂਟ ਨੂੰ ਡਿਪੋਰਟ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਕੋਰਸ 'ਚ ਉਹਨਾਂ ਨੇ ਐਡਮਿਸ਼ਨ ਲਿੱਤੀ ਸੀ ਉਹ ਸ਼ਾਇਦ ਕੀ ਕਹਿੰਦੇ ਆ ਮਾਨਤਾ ਪ੍ਰਾਪਤ ਜਾਂ ਅਪਰੂਵਡ ਬਾਈ ਮਿਨਿਸਟਰੀ ਨਹੀਂ ਸੀਗਾ। ਉਹ ਖਬਰ ਕਿੰਨੀ ਕੁ ਸੱਚੀ ਹੈ? ਹਾਂਜੀ, ਸੋ ਖਬਰ ਵੀ ਸੱਚੀ ਹੈ ਐਂਡ ਦੂਸਰੀ ਗੱਲ ਇਹ ਹੈਗੀ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਡੈਫੀਨੇਟਲੀ ਡੈਪੂਟੇਸ਼ਨ ਆਰਡਰਸ ਵੀ ਆਏ ਹੋਏ ਨੇ। ਐਟ ਲੀਸਟ 700 ਸਟੂਡੈਂਟਸ ਮਾਈ are ਗੁੱਡਨੈਸ। suffering from this situation. So basically, it's not the case कि कोई उन्होंने education ਜਿਹੜੀ ਆ ਉਹ ਨਹੀਂ up to the mark choose ਕੀਤੀ। Basically, this is a matter of fake job offers. Well, I do sympathize their situation. Being into the industry, jithe meri 90% clientele is from India. I do understand ki, international students, they naal kite na kite, if I have to raise my voice, I would say yes. They're not at fault, but Canadian authorities are not at fault at all as well. ਬਿਕਾਜ਼ ਦੇਖੋ ਜਦੋਂ ਫੇਕ ਆਫਰਸ ਦੀ ਗੱਲ ਆਉਂਦੀ ਹੈ ਮੈਂ ਤੁਹਾਨੂੰ ਬਰੀਫ ਕਰਨਾ ਚਾਹਾਂਗੀ ਹੋਇਆ ਕੀ ਹੈ। ਜੀ ਸੋ ਇੱਕ ਜਲੰਧਰ ਬੇਸਡ ਕੰਸਲਟੈਂਟ ਆ, ਆਮ ਨਾਟ ਟੂ ਸ਼ੋਰ ਇਫ ਦ ਨੇਮ ਇਜ਼ it's okay to just disclose the ਯਾ name, but since it's already in public, so I can. ਯਾ So Brijesh Mishra Migration Educational Services from Jalandhar. So what he was doing, he was offering international students a lump sum deal, meaning ਕਿ ਤੁਹਾਨੂੰ 16 ਲੱਖ ਦਾ complete package ਦਿੱਤਾ ਜਾ ਰਿਹਾ ਸੀ, excluding your living expenses, which 16 will ਲੱਖ ਦਾ ਅੱਛਾ include your fees and I believe GIC as well. So ਇਹ students ਜਿਹੜੇ ਆਏ ਨੇ ਇਹ 2018 and 2019 ਦੇ batch ਵਿੱਚ ਆਏ ਨੇ, ਅੱਛਾ ਜੀ probably 2019 ਦੀ starting ਦੇ ਵਿੱਚ, so I would ਅੱਛਾ say ਜੀ Jan intake 2019. ਹੁਣ ਹੋਇਆ ਕੀ ਹੈ ਕਿ what he did is like fake offer letters ਲਗਾ ਦਿੱਤੇ ਗਏ ਕਿ ਜੀ actual ਚ student ਦੀ admission ਵੀ ਨਹੀਂ ਹੋਈ, and this all matter revolves around Humber College. ਜੀ So students ਦੀ admission ਵੀ ਨਹੀਂ ਹੋਈ, ਇੰਡੀਆ ਤੋਂ fake offer letter ਲਗਾ ਦਿੱਤੇ ਗਏ ਔਰ ਉਹ fake letters ਦੇ basis ਤੇ students ਨੂੰ visa ਮਿਲ ਗਿਆ। ਬਟ ਇੱਥੇ ਅੱਛਾ ਆਉਣ ਤੇ these kids might have realized ਕਿ ਕਈਆਂ ਨੂੰ ਤਾਂ ਝੂਠ ਹੀ ਬੋਲ ਦਿੱਤਾ ਗਿਆ as far my understanding ਜਾਂ as per ਜੋ ਵੀ ਫੈਕਟਸ ਬਾਹਰ ਆਏ ਨੇ ਕਿ ਜੀ ਸੀਟਸ ਫਿਲ ਹੋ ਗਈਆਂ ਨੇ, ਚੇਂਜ ਦ ਕਾਲਜ, ਮੈਂ ਤੁਹਾਡੀ ਫੀਸ ਰਿਟਰਨ ਕਰ ਦੇਣਾ, XYZ excuses. So students ਨੇ ਕਾਲਜ ਚੇਂਜ ਕਰ ਲਏ, ਕਈਆਂ ਨੂੰ ਤਾਂ I think refund ਵੀ ਨਹੀਂ ਆਇਆ, but for some reason it was portrayed in a way
that it was near to impossible for them to figure out ki be, this is actually a forgery. Basically, they were Mm-hmm. offered a fake, they were actually I would say ਕਿ ਉਹਨਾਂ ਨੂੰ ਇੱਕ ਕਦੇ realize ਹੀ ਨਹੀਂ ਹੋਇਆ ਕਿ ਉਹ fake offer letters ਦੇ ਉੱਤੇ they got Canadian So visas. everyone was And kept in total darkness, including the students and ਜਿਹੜੇ ਵੀ ਬੰਦੇ related ਸੀਗੇ. ਹਾਂਜੀ, ਤੁਹਾਨੂੰ ਹੁਣ ਮੈਂ ਇੱਕ ਬਲੰਡਰ ਦੱਸਦੀ ਹਾਂ ਇਹਦੇ ਵਿੱਚ ਕਿ ਜਦੋਂ ਅਸੀਂ ਇੰਡੀਆ ਤੋਂ ਵੀਜ਼ਾ ਲਗਾਉਂਦੇ ਹਾਂ ਉਹਦੇ ਵਿੱਚ this is very common. ਜਦੋਂ ਤੁਸੀਂ ਇੰਡੀਆ ਤੋਂ ਕੋਈ ਵੀ ਕੰਸਲਟੈਂਟ ਨੂੰ ਹਾਇਰ ਕਰਦੇ ਹੋ, I would not say they are consultants, they are ghost consultants, ਜੀ because they don't technically have the L number, ਕੋਈ ਲਾਇਸੈਂਸ ਦੀ ਕੋਈ they don't have the license number ਜਾਂ ਕੁਝ ਵੀ ਉਹਨਾਂ ਤੋਂ ਥੋੜੀ ਇਸ ਹਿਸਾਬ ਦੀ ਨਹੀਂ ਹੁੰਦੀ, but they can always file. So ਉਹ ਕੀ ਕਰਦੇ ਆ, this is when you file an application, you can file it from your APR portal, or you can file it straight without using any without even disclosing ki a third party has been involved into the matter. So ਹੁਣ ਇਹ ਸਾਰੀਆਂ applications file ਹੋਈਆਂ, direct file ਹੋਈਆਂ, ਜਿਹਦੇ ਵਿੱਚ ਕਿਤੇ ਵੀ ਇਹ prove ਨਹੀਂ ਕੀਤਾ ਜਾ ਸਕਦਾ ਕਿ ਕੋਈ third party ਨੇ ਉਹਨਾਂ ਦੇ behalf ਤੇ file ਕੀਤੀ ਹੈ. The applications are signed by the students. ਹੁਣ CBSE ਇਸ ਚੀਜ਼ ਨੂੰ question ਕਰ ਰਹੀ ਹੈ ਕਿ ਜੇ ਤੁਸੀਂ third party ਦਾ ਨਾਮ ਲੈ ਰਹੇ ਹੋ ਤੇ ਫਿਰ ਇਹਦੇ ਵਿੱਚ authorized rep form ਹੁੰਦਾ ਹੈ IMM 5476. Why is it not signed? So and why basically is it Brajesh not Mishra can go scot free because he didn't show up on the application filing process. बिल्कुल 90 to 95. I would not say 95. Ratio is not even ratio, but the percentage is 100%. India तो applications mostly जो थे अपनियां shops खोल के बैठे ने, this is how they work. वो कदे भी rep form नाल attach नहीं करते, because rep form and most of this is like lack of awareness. Like ਕਿਸੇ ਨੂੰ ਇਹ ਚੀਜ਼ ਦੀ ਬਿਲਕੁਲ knowledge ਮੈਂ ਕਹੂੰਗੀ ਕਿ ਹੋਣੀ ਚਾਹੀਦੀ ਹੈ when you apply for Canadian ਕਿਸੇ ਵੀ sort of application, ਕੋਈ ਵੀ temporary application ਲਗਾ ਲਓ, ਕੋਈ ਵੀ TRV ਦੀ application ਲਗਾ ਲਓ, when there is if you have assigned a third party, you should ask ਕਿ ਜਿਹੜੀ ਤੁਹਾਡੀ representation ਲਈ ਜਿਹੜਾ form ਆ ਉਹ ਕਿੱਥੇ ਹੈ, ਕਿਉਂਕਿ you can go through the complete package before the submission. Now ਹੁਣ ਕੀ ਹੈ ਕਿ ਰਡਾਰ ਦੇ ਉੱਤੇ ਉਹ ਇੰਟਰਨੈਸ਼ਨਲ ਸਟੂਡੈਂਟ ਸਟ੍ਰੇਟ ਨੇ. I was going through actually ਇੱਕ ਇੰਟਰਵਿਊ ਆ ਸਟੂਡੈਂਟਸ ਦੀ ਵੀ ਰੈਡ FM ਦੇ ਨਾਲ, and the immigration minister, Mr. Sean Fraser, he has recently appeared for an interview or with Red FM, and ਉਹਨਾਂ ਨੇ ਵੀ ਇਹੀ ਸੇਮ ਗੱਲ ਕਹੀ ਹੈ ਕਿ we are not deporting them, but deputation ਲੱਗਣੀ was like I am not too sure ਕਿ ਉਹਨਾਂ ਦਾ ਹਾਲੇ, ਕਿਉਂਕਿ this is step 1, they have already sent the notices. ਜਿਹੜਾ step 1 ਆ ਉਹ ਹੈਗਾ notice ਭੇਜਣਾ. When it comes into their knowledge, they will send a notice that is called call-in notice. Call-in notice has already been sent by CBSE. Okay, CBSE ਕੋਲ ਲੈਟਰ ਗਿਆ, ਬਿਲਕੁਲ ਸਹੀ ਗੱਲ ਹੈ. ਜੀ ਹੁਣ ਕੀ ਹੈ ਕਿ ਇਸ ਤੋਂ ਬਾਅਦ ਜਦੋਂ there would be a hearing scheduled, immigration division ਦੇ ਨਾਲ admissibility hearing ਹੁੰਦੀ ਆ, ਉੱਥੇ ਤੁਸੀਂ ਆਪਣੇ facts and evidence both parties ਨੇ ਦੇਣੀ ਹੁੰਦੀ ਆ. So basically CBSE ਦੇ behalf ਤੇ DOJ so from them the ਜਿਹੜੀ I would not go into much terminology, but DOJ will represent CBSE, right? Yeah. So whenever CBSE will bring anybody under radar, this is basically when they have enough evidence to do so. ਹੁਣ ਕੀ ਹੈ ਕਿ ਜੇ ਸਟੂਡੈਂਟਸ ਨੇ ਆਪਣੀ ਇਨੋਸੈਂਸ ਪ੍ਰੂਵ ਕਰਨੀ ਹੈ, ਪਹਿਲਾਂ ਤਾਂ ਯੂਜ਼ ਆਫ ਅ ਰਿਪਰੈਜ਼ੈਂਟੇਟਿਵ ਫਾਰਮ ਦੀ ਗੱਲ ਕਰੀਏ, ਉਹ ਕਿਤੇ ਨਹੀਂ ਹੈਗਾ ਉਹਨਾਂ ਫਾਰਮ ਐਪਲੀਕੇਸ਼ਨਸ ਦੇ ਵਿੱਚ ਲੱਗਾ ਹੋਇਆ. ਇਟਸ ਬੇਸਿਕਲੀ ਨਾਓ ਹੁਣ ਉਹਨਾਂ ਕੋਲ ਆਪਣੀ ਇਨੋਸੈਂਸ ਪ੍ਰੂਵ ਕਰਨ ਦੇ, ਜੇ ਉਹ if there are 700 students together, a big number, humanitarian basis they can still Canadian government can give them some sort of lenience, but end of the day ਇਹਨੂੰ handle ਕਰਨ ਦੇ ਵੀ ਦੋ ਤਰੀਕੇ ਨੇ, because I'm in contact with so many lawyers. I talk to them and they say ਉਹਨਾਂ ਦੇ when it comes to this point, they have two opinions. One could be, were you a party to the crime, or are you a victim? Yes. Yeah, so ਉਹ ਕਿਹੜੇ prospect ਤੇ ਹਰ matter ਨੂੰ ਲੈਂਦੇ ਆ, that is completely their call. Yeah. Right now everybody's life is hanging by a thin thread, so it all depends on how Department of Justice looks at their circumstances.
ਕਿਉਂਕਿ ਹੁਣ ਬੇਸਿਕਲੀ ਇਹ ਬੜਾ ਇੱਕ ਵੱਡਾ ਲੈਸਨ ਹੋ ਗਿਆ ਤੁਹਾਡੇ ਕਹਿਣ ਦੇ ਹਿਸਾਬ ਨਾਲ ਕਿ ਜਦੋਂ ਲੋਕੀ ਉੱਥੋਂ ਇਮੀਗ੍ਰੇਸ਼ਨ ਡਾਕੂਮੈਂਟ ਫਾਈਲ ਕਰਦੇ ਆ, ਉਹ ਕਹਿਣ ਵੀ ਜੇ ਤੈਨੂੰ ਅਸੀਂ ਪੈਸੇ ਦੇ ਰਹੇ ਹਾਂ ਤੇ ਵਾਈ ਸ਼ੁੱਡ ਯੂ ਫਾਈਲ ਆਵਰਸੈਲਵਸ, ਤੂੰ ਕਿਉਂ ਨਹੀਂ ਕਰਦਾ ਅੰਡਰ ਪ੍ਰੋਪਰ ਆਥੋਰਾਈਜੇਸ਼ਨ। ਵੈਲ ਪਾਲ ਜੀ, ਗੱਲ ਉਹੀ ਹੈ ਕਿ ਕੁਝ ਇਟਸ ਸਿੰਪਲੀ ਵੀ ਡੋਨਟ ਨੋ ਐਂਡ ਦੈਨ ਹਾਊ ਵੁੱਡ ਵੀ ਕੁਐਸਚਨ। ਤੁਸੀਂ ਦੇਖੋ ਜਦੋਂ ਫਾਈਲ ਲੱਗਦੀ ਹੈ, ਕੋਈ ਵੀ ਕੋਈ ਕਿਸੇ ਨੂੰ ਇਹ ਚੀਜ਼ ਦੀ ਨੌਲੇਜ ਨਹੀਂ ਹੈ ਇੰਡੀਆ ਦੇ ਵਿੱਚ। ਆਈ ਵੁੱਡ ਨਾਟ ਸੇ ਦੇ ਡੋਂਟ ਹੈਵ ਅ ਨੌਲੇਜ, ਐਕਚੁਅਲੀ nobody would actually dig it deeper। ਉਹਨਾਂ ਨੂੰ ਆਪਣੇ ਵੀਜ਼ਾ ਨਾਲ ਮਤਲਬ ਹੈ, ਠੀਕ ਹੈ ਜੀ। ਅੱਖਾਂ ਬੰਦ ਕਰ ਲੈਂਦੇ ਆ, ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਯਾਰ ਚਲੋ ਡਿਨਾਇਲ ਹੋ ਗਿਆ, ਜਸਟ ਫੋਰਗੇਟ ਇਟ, ਨਥਿੰਗ ਹੈਪਨ। This has been happening for quite some time. So the law firm that I was practicing for, I had a chance to work on a similar matter. I prepared a disclosure for an international student, and you won't believe there was a 5 years of exclusion that was issued. And as a matter of fact, ਉਸ case ਦੇ ਵਿੱਚ ਤਾਂ ਸਾਡੇ ਕੋਲ ਇੱਕ evidence ਸੀਗਾ ਵੀ। That evidence was basically, I was able to look for a YouTube video ਜਿੱਥੇ people were crying about the frauds committed by the consultant. Dekho, not even consultant, that ghost consultant. So case de which we members literally said ki we sympathize your situation, but we can't do much, and here is a 5 years ban that was being served right away. So ਕਹਿਣ ਦਾ ਮਤਲਬ ਇਹ ਆ ਕਿ ਜਦੋਂ ਤੁਸੀਂ ਦੇਖੋ, ਤੁਸੀਂ ਪਹਿਲੀ ਗੱਲ ਇਹ ਆ, ਜਦੋਂ ਤੁਸੀਂ ਇੱਥੇ ਆਉਂਦੇ ਹੋ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਕਾਲਜ ਦੇ ਵਿੱਚ ਤੁਹਾਨੂੰ ਐਡਮਿਸ਼ਨ, ਤੁਹਾਨੂੰ ਕਾਲਜ ਵਾਲੇ ਕਹਿ ਦਿੰਦੇ ਇੰਟਰਨੈਸ਼ਨਲ ਸਟੂਡੈਂਟ ਆਫਿਸ ਜਾਓ, ਜਿਹੜਾ ਉਹਨਾਂ ਦਾ ਡਿਪਾਰਟਮੈਂਟ ਹੈ ਉਹ ਅਲੱਗ ਹੁੰਦਾ, ਠੀਕ ਹੈ। ਵੈਨ ਯੂ ਗੋ ਦੇਅਰ ਯੂ ਟਾਕ ਟੂ them, they say okay, you're not even admitted to this college. I do understand they're young kids, but at the same time, ਉਹਦੇ ਉਸ ਪੁਆਇੰਟ ਦੇ ਉੱਤੇ ਉਹਨਾਂ ਦਾ ਫਰਸਟ ਪੁਆਇੰਟ ਆਫ ਕੰਟੈਕਟ ਉਸ ਜੋ ਵੀ ਉਹ ਜਿਹਦੇ ਨਾਲ ਵੀ ਉਹਨਾਂ ਨੇ ਇੰਡੀਆ ਤੋਂ ਕੋਆਰਡੀਨੇਟ ਕੀਤਾ ਹੁੰਦਾ, ਉਸ ਉਹਨੂੰ ਈਮੇਲ ਕਰਨ, ਕੋਈ ਮੈਸੇਜ ਕਰਨ। Exactly, you should get in contact with so-called third party. Yes, ਕਿਉਂਕਿ ਤੁਸੀਂ ਉਸ ਪੁਆਇੰਟ ਦੇ ਉੱਤੇ ਕੁਝ ਐਕਟ ਹੀ ਨਹੀਂ ਕੀਤਾ, ਕੁਝ ਰਿਐਕਟ ਹੀ ਨਹੀਂ ਕੀਤਾ, ਤੁਸੀਂ ਆਪਣੇ ਕਾਲਜਸ ਚੇਂਜ ਕਰ ਲਏ, ਸੋ ਯੂ ਆਰ ਅ ਪਾਰਟੀ ਟੂ ਦ ਕ੍ਰਾਈਮ। ਉਸ ਚੀਜ਼ ਅੱਛਾ, ਇਹਨਾਂ ਨੇ ਕਾਲਜ ਚੇਂਜ ਕਰ ਲਏ ਜਦੋਂ ਯੂਨੀਵਰਸਿਟੀ ਨੇ ਕਿਹਾ ਵੀ ਤੁਸੀਂ ਤਾਂ ਯੂ ਆਰ ਨੋਟ ਪਾਰਟ ਆਫ ਦਿਸ ਥਿੰਗ, ਰਾਈਟ? ਸੋ ਜਸਟ ਵੈਂਟ ਸਮਵੇਅਰ। ਇਸ ਦਾ ਮਤਲਬ ਕੀ ਨਿਕਲਿਆ ਕਿ ਤੁਹਾਨੂੰ ਐਡਮਿਸ਼ਨ ਨਹੀਂ ਮਿਲੀ ਸੀ, ਤੇ ਇਹਦਾ ਮਤਲਬ ਤੁਹਾਡੇ ਲੈਟਰਸ ਫੇਕ ਸੀਗੇ, ਕਿਉਂਕਿ ਤੁਹਾਨੂੰ ਤੁਹਾਡੇ ਲੈਟਰ ਦੇ ਉੱਤੇ ਲਿਖਿਆ ਹੋਇਆ, ਕਿਉਂਕਿ ਯੂ ਆਰ, ਤੁਹਾਡੇ ਇਨਰੋਲਮੈਂਟ ਲੈਟਰ ਤੇ ਨੇਮ ਆਫ ਦ ਇੰਸਟੀਟਿਊਸ਼ਨ ਲਿਖਿਆ ਹੋਇਆ, ਸਾਰੀਆਂ ਡਿਟੇਲਸ ਪ੍ਰੋਵਾਈਡ ਕੀਤੀਆਂ ਗਈਆਂ। ਤੁਸੀਂ ਬ੍ਰੀਚ ਕੀਤਾ ਨਾਲ। ਐਗਜ਼ੈਕਟਲੀ, ਉਹ ਬ੍ਰੀਚ ਹੈ, ਕਿਉਂਕਿ ਯੂ ਆਰ ਅ ਪਾਰਟੀ ਟੂ ਦ ਕ੍ਰਾਈਮ ਐਜ਼ ਵੈਲ, ਕਿਉਂਕਿ ਚਾਹੇ ਤੁਸੀਂ ਵਿਕਟਮ ਹੋ ਉਸ ਚੀਜ਼ ਦੇ, ਪਰ ਆਪਣੀ ਇਨੋਸੈਂਸ ਪ੍ਰੂਵ ਕਰਨ ਲਈ ਉਸ ਟਾਈਮ ਤੇ ਜੇ ਤੁਸੀਂ ਥਰਡ ਪਾਰਟੀ ਨੂੰ ਕੰਟੈਕਟ ਕਰਦੇ, ਉਹ ਤੁਹਾਡੇ ਨਾਲ ਸਾਹਮਣੇ ਉਹ ਇਫ ਦੇ ਟਰਾਈ ਟੂ, ਉਹ ਵੀ ਕੁਝ ਐਕਸਕਿਊਜ਼ਸ ਕੋਈ ਜਵਾਬ ਦਿੰਦੇ, ਜਾਂ ਤੁਸੀਂ ਕਹਿ ਸਕਦੇ ਸੀਗੇ ਮੈਂ ਟਰਾਈ ਕੀਤੀ, ਉਹਨੇ ਮੈਨੂੰ ਰਿਸਪੌਂਡ ਨਹੀਂ ਕੀਤਾ, ਬਟ देयर ਕੁਡ ਹੈਵ ਬੀਨ ਐਨ ਅਟੈਂਪਟ ਔਨ ਯੂਰ ਪਾਰਟ ਟੂ ਕਨੈਕਟ ਵਿਦ ਦ ਪਰਸਨ ਹੂ ਸੈਂਡ ਯੂ ਓਵਰ ਹੇਅਰ। ਜੀ ਹੁਣ ਮੈਂ ਸੋਚਦਾ ਕਿ ਇਹ ਬਰਜੇਸ਼ ਜਿਹੜਾ ਵੀ ਹੈਗਾ ਮਿਸ਼ਰਾ, ਕਿ ਇਹ ਕਿਹੜੇ ਦੇਸ਼ ਦੇ ਅਗੇਂਸਟ ਇਹਨੇ ਕੰਮ ਗਲਤ ਕੀਤਾ? ਕੈਨੇਡਾ ਅਗੇਂਸਟ ਕੀਤਾ ਕਿ ਹੀ ਵਿਲ ਬੀ ਚਾਰਜਡ ਅਗੇਂਸਟ ਕੈਨੇਡੀਅਨ ਲਾ, ਔਰ ਇਫ ਐਟ ਆਲ ਸਮਥਿੰਗ ਇਜ਼ ਪ੍ਰੂਵਨ ਵਿਲ ਹੀ ਬੀ ਚਾਰਜਡ ਅੰਡਰ ਇੰਡੀਅਨ ਲਾ? ਕਿਉਂਕਿ ਫਰਾਡ ਤਾਂ ਇਹਨੇ ਕੈਨੇਡਾ ਦੇ ਗਵਰਨਮੈਂਟ ਨੇ ਕੀਤਾ ਨਾ ਬੇਸਿਕਲੀ। ਜੀ ਦੇਖੋ, ਪਹਿਲੀ ਗੱਲ ਤਾਂ ਇਹ ਆ ਕਿ ਫਰਾਡ ਪ੍ਰੂਵ ਕਿਵੇਂ ਕਰਾਂਗੇ? ਕੋਈ FIR ਕੀ ਲਾਂਚ ਹੋਈ ਸੀ ਉਸ ਪੁਆਇੰਟ ਦੇ ਉੱਤੇ ਕਿ ਕਿਸੇ ਨੇ ਪੁਲਿਸ ਨੂੰ ਰੀਚ ਆਊਟ ਕੀਤਾ ਸੀ? ਜਦੋਂ ਦੇਖੋ, ਇਹ ਦਿਸ ਇਜ਼ ਫਰਮ ਮਾਈ ਐਕਸਪੀਰੀਅੰਸ ਇਨ ਦ ਪਾਸਟ, ਜਦੋਂ ਤੁਹਾਡੇ ਕੋਲ FIRs ਤੁਸੀਂ ਨਹੀਂ ਲਾਂਚ ਕੀਤੀਆਂ, ਜਦੋਂ ਤੁਸੀਂ ਕੁਝ ਕੀਤਾ ਨਹੀਂ ਕੀਤਾ, ਕੁਐਸਚਨਸ ਕੈਨ ਬੀ ਦੇਅਰ, ਬਟ ਫਿਰ ਵੀ ਮੈਂ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਪੀਲ ਕਰਨਾ ਚਾਹੂੰਗੀ ਤੁਹਾਡੇ ਚੈਨਲ ਦੇ ਰਾਹੀਂ ਕਿ ਗਾਇਜ਼ ਪਲੀਜ਼ ਸਾਡੇ ਨਾਲ ਕਨੈਕਟ ਕਰੋ। ਆਪਾਂ we can always work on your situation, and I can assure that I have a very good team of lawyers who are coordinating with me. Awesome. And we can do a very good job on this fixing this situation, very delicate matter. Please give us a chance. Please reach us out at 647-465-8894. ਤੁਸੀਂ ਆਪਣੇ ਡਾਕੂਮੈਂਟਸ ਦੇ ਨਾਲ ਆਪਣੇ ਡਾਕੂਮੈਂਟਸ ਦੇ ਨਾਲ ਸਾਡੇ ਕੋਲ ਪਹੁੰਚੋ। ਆਈਮ ਸ਼ੋਰ ਤੁਹਾਨੂੰ ਸੈਕਸ਼ਨ 44 ਸਮਰੀਜ਼ CBSE ਨੇ ਭੇਜੀਆਂ ਹੋਣਗੀਆਂ। I don't want to say much, but ਜਿਹੜੇ ਮੈਂ ਤੁਹਾਨੂੰ ਨੈਗੇਟਿਵ ਪੁਆਇੰਟਸ ਨਹੀਂ ਦੱਸ ਰਹੀ, ਮੈਂ ਤੁਹਾਨੂੰ ਸਿਰਫ ਅਵੇਅਰ ਕਰ ਰਹੀ ਹਾਂ, ਅਲਰਟ ਕਰ ਰਹੀ ਹਾਂ ਕਿ ਅਸੀਂ ਇਹ ਚੀਜ਼ਾਂ ਨੂੰ ਅਸੀਂ ਕਿਸ ਤਰ੍ਹਾਂ ਡੀਲ ਕਰ ਸਕਦੇ ਸੀ। ਬਟ even if that's the case, we can still fight against it.
And I Yeah, do understand क्योंकि ਜਦੋਂ matter 700 students ਦਾ ਹੁੰਦਾ ਆ, Canadian it's yeah, government cannot turn a blind eye to it. They cannot turn a absolutely. blind eye because ਜੇ ਕਿਸੇ you know, if there was an intent to fraud, it could be with one person, two-person. How could 700 kids you know, commit a fraud? So ਬਿਲਕੁਲ ਸਹੀ I ਗੱਲ ਆ। would definitely urge ki please come visit us, and we can definitely find a very good solution. And I can bet ਕਿ ਜਿਹੜਾ federal court ਦੀ ਵੀ ਆਪਾਂ ਗੱਲ ਕਰਦੇ ਹਾਂ, we ਜੀ can always challenge their decision on the basis of evidence. ਜੇ ਤੁਹਾਡੇ ਕੋਲ evidence ਹੈਗੀ ਹੈ ਤੇ trust me on this, we can fight it. ਐਬਸੋਲੂਟਲੀ, ਇਹ ਬੜੀ ਵਧੀਆ ਗੱਲ ਹੋਏਗੀ ਕਿਉਂਕਿ ਹੁਣ ਦੇਖੋ ਨਾ ਕਿ 2018-17 ਦੇ ਆਏ ਹੋਏ ਆ ਇਹ, ਤੇ ਇੰਨਾ ਸਮਾਂ ਇਹਨਾਂ ਨੇ ਇਦਾਂ ਹੀ ਕੋਰਸ ਕਰ ਕਰਕੇ ਗੁਜ਼ਾਰ ਲਿਆ। ਤੇ ਮੈਨੂੰ ਇਹ ਹੈਰਾਨੀ ਹੈ ਕਿ CBSE ਨੂੰ ਇਦਾਂ ਕਿੱਦਾਂ ਟਿਪ ਅਪ ਹੋਇਆ ਕਿ ਇੰਨੇ ਬੰਦੇ ਜਿਹੜੇ ਆ ਇਹ ਇਦਾਂ ਗਲਤ ਤਰੀਕੇ ਨਾਲ ਇੱਥੇ ਬੈਠੇ ਆ ਗਏ। ਵਾਸ ਅ ਕੰਪਲੇਂਟ Of course, ਫਾਈਲਡ ਔਰ ਇਟ ਵਾਸ ਅ ਰੂਟੀਨ ਇਨਵੈਸਟੀਗੇਸ਼ਨ? ਹਾਊ ਡਿਡ ਦੇ ਫਿਗਰ ਆਊਟ? ਜੀ, of course, ਦੇਖੋ mistake Canadian government ਦੇ part ਤੇ ਵੀ ਆ। It's basically, you know what, when now when it comes to their attention, they would not try to matlab they would not let the blame to fall on their part. So this is 100%। what is happening ਕਿਉਂਕਿ ਜੇ ਦੇਖਿਆ ਜਾਵੇ elapse of ਜਿਹੜੀ I would say ਕਿਤੇ ਨਾ ਕਿਤੇ elapse ਤਾਂ ਉਹਨਾਂ ਦੇ behalf ਤੇ ਵੀ ਹੈਗੀ ਹੈ, Canadian government ਦੇ behalf ਤੇ ਵੀ। Now when a kid has spent like 5 years, ਹੁਣ 5 ਸਾਲ ਹੋ ਗਏ, ਉਹਨਾਂ ਨੂੰ ਤੁਸੀਂ ਸਟੱਡੀ ਪਰਮਿਟ ਵੀ ਇਸ਼ੂ ਕਰ ਦਿੱਤੇ, ਉਹਨਾਂ ਨੂੰ ਵਰਕ ਪਰਮਿਟ ਵੀ ਇਸ਼ੂ ਕਰ ਦਿੱਤੇ। ਹੁਣ ਵਰਕ ਪਰਮਿਟ ਇਸ਼ੂ ਹੋਣ ਤੋਂ ਬਾਅਦ ਜਦੋਂ ਪਰਮਨੈਂਟ ਰੈਜ਼ੀਡੈਂਸ ਦੀ ਵਾਰੀ ਆਈ, ਨਾਓ ਯੂ ਨੋ ਤੁਸੀਂ ਇਸ ਚੀਜ਼ ਨੂੰ ਬ੍ਰੌਟ ਅਪ ਕਰ ਰਹੇ ਹੋ। ਸੋ ਦਿਸ ਇਜ਼ ਬੇਸਿਕਲੀ ਸਮਥਿੰਗ ਕਿ if they are a party to the crime, then how come they are being charged after 5 years? As a matter of fact, ਜੋ ਵੀ ਸਟੂਡੈਂਟਸ ਦੀ ਨਰੇਸ਼ਨ ਆ, ਜੋ ਸਟੂਡੈਂਟਸ ਦੀ ਸਾਈਡ ਦੀ ਸਟੋਰੀ ਆ, I have heard it from few students। Red FM ਤੇ ਉਹਨਾਂ ਨੇ ਉਸ ਚੀਜ਼ ਨੂੰ brought up ਕੀਤਾ ਆ, ਜਿੱਥੇ you know they were trying to share their horror stories। ਕੋਈ ਕਹਿ ਰਿਹਾ ਜੀ ਸਾਨੂੰ ਕਾਲਜ, ਉਹ ਕਹਿੰਦੇ you know this so called guy, this so called ਜਿਹਦੀ ਵੀ ਆਪਾਂ ਗੱਲ ਕਰ ਰਹੇ ਹਾਂ, this third party, when they try to reach him out, he's like ਕਾਲਜ ਦੀਆਂ ਜੀ ਸੀਟਸ ਫਿਲ ਹੋ ਗਈਆਂ। ਕੋਈ ਕਹਿ ਰਿਹਾ ਜੀ, ਉਹ ਕਹਿ ਰਿਹਾ ਜੀ ਕਾਲਜ ਤੁਸੀਂ ਚੇਂਜ ਕਰਾ ਲਿਓ ਉੱਥੇ ਜਾ ਕੇ। ਸੋ I would not know ਕਿ ਵੀ ਐਗਜ਼ੈਕਟਲੀ ਉਹਨੇ ਸਭ ਨੂੰ, ਇੰਨੇ ਬੱਚਿਆਂ ਨੂੰ ਕੀ ਐਕਸਕਿਊਜ਼ ਦਿੱਤੇ ਹੋਗੇ, ਇੰਨੇ ਕੈਂਡੀਡੇਟਸ ਨੂੰ ਕਿਹੜੀ ਐਕਸਕਿਊਜ਼ਸ ਤੁਸੀਂ ਦੇ ਸਕਦੇ ਹੋ? ਬਿਕਾਜ਼ we're not talking about one or two people, we're talking about 700 ਇਜ਼ ਅ ਲਾਰਜ ਨੰਬਰ ਜੀ, international ਲਾਰਜ students. ਨੰਬਰ। And as a matter of fact, let me bring it up. I was reading it, not too sure, Indian Express, the article C, 10 years of experience, track record is so-called educational consultant ਦਾ। ਵੈਰੀ ਸੈਡ ਜੀ। ਦਿਸ ਇਜ਼ ਕਾਈਂਡ ਆਫ ਵੈਰੀ ਅਪਾਇਲਿੰਗ ਕਿ ਕੋਈ ਬੰਦਾ ਕਿਸੇ ਦੀ ਜ਼ਿੰਦਗੀ ਨਾਲ ਇੱਦਾਂ ਖੇਡ ਵੀ ਸਕਦਾ। ਲੋਕੀ ਜ਼ਮੀਨਾਂ ਜਾਇਦਾਦਾਂ ਵੇਚ ਕੇ ਬੱਚਿਆਂ ਨੂੰ ਬਾਹਰ ਚੰਗੇ ਭਵਿੱਖ ਲਈ ਭੇਜਦੇ ਆ ਕਿ ਇਹਨਾਂ ਦਾ ਫਿਊਚਰ ਵਧੀਆ ਬਣੇ। ਹੁਣ ਦੇਖੋ ਕਿ ਜੇ ਇਹਨਾਂ ਦੇ ਅਗੇਂਸਟ ਆਰਡਰ ਰਹਿ ਗਿਆ, ਐਂਡ ਆਈ ਥਿੰਕ ਆਈ ਐਕਚੁਅਲੀ ਪ੍ਰੇ ਦੈਟ ਕਿ ਇਹ ਇੱਥੇ ਸਟੇ ਕਰ ਜਾਂਦੇ ਆ। ਦੇ ਹੈਵ ਸਪੈਂਡ ਦੇਅਰ ਟਾਈਮ, ਦੇ ਕੰਟਰੀਬਿਊਟਡ ਟੂ ਕੈਨੇਡੀਅਨ ਇਕੋਨਮੀ, ਦੇ ਵਰਕਡ ਹੇਅਰ, ਸੋ ਦੇ ਸ਼ੁੱਡ ਬੀ ਅਲਾਊਡ ਟੂ ਸਟੇ ਹੇਅਰ। ਅੱਗੇ ਤੋਂ ਇਹੋ ਜਿਹੇ ਬੰਦਿਆਂ ਲਈ ਕੋਈ ਦੇ ਸ਼ੁੱਡ ਹੈਵ ਸਮ ਟਾਈਟ ਚੈੱਕ ਪੁਆਇੰਟਸ ਕਿ ਜਿੱਥੇ ਬੰਦਾ ਲੰਘ ਹੀ ਨਾ ਸਕੇ ਇੱਦਾਂ ਦਾ ਬੰਦਾ। ਸੋ ਅਸੀਂ ਕਹਾਂਗੇ ਕਿ ਤੁਸੀਂ ਕੰਟੈਕਟ ਕਰੋ ਗੁਰਲੀਨ ਔਜਲਾ ਨੂੰ 1647465889 ਦੇ ਉੱਤੇ। ਇਹਨਾਂ ਦਾ ਦੂਸਰਾ ਨੰਬਰ ਹੈਗਾ ਜੀ 163999881992। ਤੁਸੀਂ ਇਹਨਾਂ ਤੋਂ ਐਡਵਾਈਸ ਜ਼ਰੂਰ ਲਿਓ ਕਿਉਂਕਿ ਦ ਵਰਲਡ ਹੈਜ਼ ਨੋਟ ਐਂਡਡ ਯੈਟ, ਦੇਅਰ ਇਜ਼ ਸਟਿਲ ਹੋਪ, ਥਿੰਗਸ ਕੈਨ ਬੀ ਰੈਕਟੀਫਾਈਡ। ਚਲੋ ਜੀ, ਇਹ ਤਾਂ ਮੈਂ ਤੁਹਾਨੂੰ ਕੁਐਸਚਨ ਪੁੱਛ ਲਿਆ ਗੁਰਲੀਨ ਜੀ। ਮੇਰੇ ਦਿਮਾਗ 'ਤੇ ਨਾ ਚੱਲ ਰਿਹਾ ਸੀਗਾ, ਮੈਂ ਕਿਹਾ ਕਈ ਡਿਫਰੈਂਟ ਗੱਲਾਂ ਕਰੀ ਜਾਂਦੇ ਆ, ਕਈ ਕਹਿੰਦੇ ਜੀ ਭੇਜ ਤੇ, ਕਈ ਕਹਿੰਦੇ ਜਾਣੇ ਆ। ਤੇ ਮੈਂ ਕਿਹਾ ਸਾਡੇ ਕੋਲ ਐਕਸਪਰਟ ਨੇ ਆਉਣਾ, ਉਹਨਾਂ ਨੂੰ ਪੁੱਛਾਂਗੇ ਅਸੀਂ ਕੀ ਚੱਲ ਕੀ ਰਿਹਾ ਸਿਚੁਏਸ਼ਨ ਦੇ ਉੱਤੇ। ਸੋ ਥੈਂਕਸ ਫॉर ਐਨਲਾਈਟਨਿੰਗ ਅਸ ਔਨ ਦਿਸ ਪਰਟੀਕੂਲਰ ਇਸ਼ੂ ਦੈਟਸ ਗੋਇੰਗ ਅਰਾਊਂਡ ਇਨ ਆਵਰ ਕਮਿਊਨਿਟੀ। ਸਾਰੇ ਇੰਡੀਅਨਸ ਨੇ, ਇਹ ਸਭ ਤੋਂ ਮਾੜੀ ਗੱਲ ਹੈ ਕਿ ਸਾਡੇ ਇੱਕ ਬਰਜੇਸ਼ ਮਿਸ਼ਰਾ ਨੇ ਸਾਡੀ ਜਿਹੜੀ ਇੱਕ ਇਮੇਜ ਆ ਉਹਨੂੰ ਕਿੱਦਾਂ ਖਰਾਬ ਕੀਤਾ ਇੱਕ ਦੂਸਰੇ ਦੇਸ਼ ਦੇ ਵਿੱਚ ਜਿੱਥੇ ਕਿ ਅਸੀਂ ਰਿਸਪੈਕਟ ਮੰਗਦੇ ਹਾਂ। ਦਿਸ ਇਜ਼ ਸੋ ਸੈਡ। ਐਨੀਵੇਜ਼, ਕੀ ਨਵੀਂ ਤਾਈ ਚੱਲ ਰਹੀ ਹੋਰ ਖਬਰ ਤੁਹਾਡੇ ਇਮੀਗ੍ਰੇਸ਼ਨ ਦੇ ਇੰਡਸਟਰੀ 'ਚ?
Hanji, Mr. Paul Cheema ji, just I want to add something here as well. So, ਜਿਹੜੀ ਇੱਕ latest interview ਜਾਂ ਜਿਹੜੀ rotate ਹੋ ਰਹੀ ਹੈ with Red FM, so Mr. Sean Fraser, he said it's not like we have deported 700 international students. ਜੀ Yes, they are being served with the notices. they have ਠੀਕ ਹੈ been ਜੀ, ਹੁਣ flagged kind ਜਿਹੜੀ of further proceedings ਤੋਂ ਬਾਅਦ ਇਹ decide ਹੋਏਗਾ ਕਿ if they are served with the exclusion order or destiny has something else for them. But yes, they need a very strong representative at this point kyunki technically this would be their last chance, you know, ਜੀ last chance. ਕਿਉਂਕਿ ਇਸ ਤੋਂ ਬਾਅਦ ਬਿਲਕੁਲ ਵੀ ਸਹੀ ਜੇ ਗੱਲ ਆਪਾਂ 5 ਸਾਲ ਦੇ ਆਰਡਰ ਨੂੰ ਜਦੋਂ once exclusion is in place, ਉਸ ਤੋਂ ਬਾਅਦ ਤੁਸੀਂ ਦੇਖੋ ਇਸ ਤੋਂ ਵਾਪਸ ਆਣਾ ਕੋਈ it's not that easy ਕਿਉਂਕਿ ਉਸ ਤੋਂ ਬਾਅਦ ਤੁਸੀਂ you have to file TRP, temporary resident permit application, authorization to return to Canada, and ਉਹਦੇ ਲਈ ਤੁਹਾਨੂੰ ਫਿਰ CBSA ਨੂੰ parole board ਅਸੀਂ ਕਹਿੰਦੇ ਆ ਉਹਨਾਂ ਹਮ ਤੋਂ ਤੁਹਾਨੂੰ ਇੱਕ proper proceedings ਦੇ ਨਾਲ ਉਹਨਾਂ ਤੋਂ ਇੱਕ you have to get authorization or ਉਸ authorization ਤੋਂ ਬਾਅਦ you can always enter Canada. ਇਸ ਕਹਿਣਾ and ਇਸ ਚੀਜ਼ ਨੂੰ face ਕਰਨਾ, ਇਸ ਚੀਜ਼ ਨੂੰ ਕਰਨਾ, I do understand it's two different things. yeah Laws are there for laws ਹੈਗੇ ਨੇ, but let me tell you something, this is their golden opportunity. They should look for a right representative. absolutely and that's what makes the whole difference of their being staying in Canada or being sent back to their homeland. ਮੈਂ ਤਾਂ ਇਹੀ ਦੁਆ ਕਰੂੰਗਾ ਜੀ, ਹੁਣ ਮੈਨੂੰ ਤੁਹਾਡੇ ਤੋਂ ਪਤਾ ਲੱਗ ਗਿਆ ਕਿ ਇਹ ਕੋਈ ਮੈਂ ਉਹ ਜਿਹੜੀਆਂ ਟਿਕਟੌਕ ਵੀਡੀਓਜ਼ ਨੇ ਨਾ ਜੀ ਮੈਂ ਉਹਨਾਂ 'ਤੇ ਟਰਸਟ ਘੱਟ ਕਰਦਾ. ਆਈ ਵਾਂਟਡ ਟੂ ਹੀਅਰ ਫਰੋਮ ਯੂ, ਇਸੇ ਕਰਕੇ ਮੈਂ ਮੇਰੇ ਦਿਮਾਗ 'ਤੇ ਸਵੇਰ ਦਾ ਚੱਲ ਰਿਹਾ ਕਿ ਮੈਂ ਜਦੋਂ ਆਉਂਦੇ ਆ ਉਹਨਾਂ ਨਾਲ ਪਹਿਲਾ ਕੁਐਸਚਨ ਮੇਰਾ ਹੀ ਹੋਣਾ ਜੀ ਗੁਰਲੀਨ ਜੀ ਕੀ ਚੱਲ ਰਿਹਾ. ਸੋ ਐਂਡ ਆਈ ਰੀਅਲੀ ਅਪਰੀਸ਼ੀਏਟ ਦੈਟ ਯੂ ਟੈਲਿੰਗ ਅਸ. ਤੇ ਸਾਡੇ ਇੱਕ ਦਰਸ਼ਕ ਨੇ ਜੀ, ਸਾਡੇ ਦੋਸਤ ਨੇ ਐਕਚੁਅਲੀ, ਰਾਜੀਵ ਵਰਮਾ ਜੀ, ਉਹ ਕਹਿੰਦੇ ਦਿਸ ਇਜ਼ ਅ ਟਿਪ ਆਫ ਓਨਲੀ, there will be many more stories and agents like that. There will be some element involvement of student as well when they purchase package. ਉਹ ਕਹਿੰਦੇ ਕਿ ਦੋਨੇ ਪਾਸੇ ਇਹ ਗੱਲ ਹੋ ਸਕਦੀ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਸਿਰਫ ignorance on the part of students and their families ਹੈ ਕਿ ਉਹਨਾਂ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਰਿਪਰੈਜ਼ੈਂਟੇਸ਼ਨ ਲੱਗਣੀ ਚਾਹੀਦੀ ਸੀਗੀ ਤੇ ਉਹਦੇ ਬਾਰੇ ਵੀ ਇਹਨਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ. ਆਈ ਥਿੰਕ ਵੀ ਸ਼ੁੱਡ ਸਪਰੈਡ ਆਊਟ ਦਿਸ ਮੈਸੇਜ ਐਜ਼ ਬੈਸਟ ਐਜ਼ ਵੀ ਕੈਨ. ਸੋ ਆਈ ਐਮ ਗੋਇੰਗ ਟੂ ਬ੍ਰੇਕ ਦਿਸ ਕਲਿਪ ਐਂਡ ਸ਼ੇਅਰ ਐਜ਼ ਬੈਸਟ ਐਜ਼ ਆਈ ਕੈਨ. ਦਿਸ ਇਜ਼ an important information, very very important information. ਜੀ definitely ਇਹ ਜਿਹੜੀ this is a big lapse on part of Indian authorities as well. ਦੇਖੋ ਪਹਿਲੀ ਗੱਲ ਤਾਂ ਰੈਗੂਲੇਟਡ ਹੀ ਨਹੀਂ ਆ ਇੰਡੀਆ ਦੇ ਵਿੱਚ, for some reason they are not authorized. ਹੁਣ ਜਿਹੜਾ authorized ਨਹੀਂ ਉਹ ਕਿੱਥੋਂ ਰਿਪਰੈਜ਼ੈਂਟੇਸ਼ਨ ਦੇ ਦੇਗਾ, ਕਿੱਦਾਂ ਉਹ IMM 5476 ਸਾਈਨ ਕਰ ਦੇਗਾ. ਸੋ ਦੈਟ ਨਾ ਤਾਂ ਕਿਸੇ ਦੇ ਏਜੰਟ ਨੇ ਨਾ, ਸਪੋਜ਼ਲੀ ਇਫ ਮੈਂ ਕਿਸੇ ਨੂੰ ਸਾਈਨ ਅਪ ਕੀਤਾ ਏਜੰਟ, ਸਟਿਲ ਰਿਪਰੈਜ਼ੈਂਟੇਸ਼ਨ ਵੁੱਡ ਬੀ ਮਾਈਨ. ਠੀਕ ਹੈ, ਬੀਇੰਗ ਅ RCIC I can only sign the IMM 5476 form. ਉਹਦਾ ਖੁਦ ਇੰਡੀਆ ਦੇ ਵਿੱਚ they are running their shows without ਕੋਈ ਉਹਦਾ ਪ੍ਰੋਪਰ ਕੋਈ I would say ਕਿ ਉਹਨਾਂ ਦੀ ਤਾਂ ਕੋਈ ਪ੍ਰੋਪਰ ਨਾ ਰਿਪਰੈਜ਼ੈਂਟੇਸ਼ਨ ਇੰਡੀਆ ਨਾ ਕੈਨੇਡਾ, ਉਹ ਤਾਂ ਸਿਰਫ ਇੱਕ they are running a show and people are being a victim to that fraudulent activities. ਕਿਉਂਕਿ ਦੇਖੋ ਕੋਈ ਕਹਿ ਲਓ ਕਿ ਲੈਟਸ ਸੇ ਕਿ ਕਿਸੇ ਨੇ ਆਪਣੀ ਉੱਥੇ ਆਪਣੀ ਸੋ ਕਾਲਡ ਐਜੂਕੇਸ਼ਨਲ ਕੰਸਲਟੈਂਸੀ ਓਪਨ ਕਰ ਲਈ. ਹੁਣ ਕੀ ਹੈ ਕਿ he will start getting the clients. ਉਹਨਾਂ ਨੇ ਤਾਂ ਆਫਰ ਲੈਟਰ ਅਪਲਾਈ ਕਰ ਦਿੱਤੇ, ਬਟ ਉਸ ਤੋਂ ਇਲਾਵਾ ਸੈਕੰਡ ਥਿੰਗ ਇਜ਼ ਕਿ ਜਦੋਂ ਲੀਗਲ ਰਿਪਰੈਜ਼ੈਂਟੇਸ਼ਨ ਕਿਸੇ ਦੀ ਨਹੀਂ ਹੋ ਰਹੀ, ਕਿਸੇ ਥਰਡ ਪਾਰਟੀ ਦੇ ਵਿੱਚ ਇਨਵੋਲਵਮੈਂਟ ਹੀ ਨਹੀਂ ਆ. ਹੁਣ ਇਹ ਸਿਚੁਏਸ਼ਨ ਤੇ ਆ ਕੇ we are trying to look for the possible options, possible outcome. ਹੁਣ ਇਹ ਚੀਜ਼ ਨੂੰ ਪਹਿਲਾਂ ਜੇ ਅਸੀਂ ਓਵਰਕਮ ਕਰਨ ਦੀ ਟਰਾਈ ਕਰਦੇ, ਪਹਿਲਾਂ ਹੀ ਸਟੈਪ 1 ਤੇ ਥੋੜੇ ਜੇ like careful ਹੋ ਜਾਂਦੇ ਤੇ our lives could have been saved, which I am not saying ਕਿ ਹਾਲੇ ਵੀ ਆਪਾਂ ਸੇਵ ਨਹੀਂ ਕਰ ਸਕਦੇ. There is always Canadian, I believe in Canadian justice, and I definitely speak high of them given ਜਿਹੜੇ ਵੀ past ਦੇ ਵਿੱਚ ਵੀ judgments ਆਈਆਂ ਨੇ. ਜੇ ਅਸੀਂ federal court ਦੇ dockets check ਕਰੀਏ, if we look into the case laws, yes, justice is being delivered, ਪਰ ਤੁਸੀਂ ਆਪਣੀ innocence prove ਕਰਨ ਦੇ evidence ਜਿਹੜੇ ਆ ਨਾ ਉਹ strong enough ਵੀ ਹੋਣੇ ਚਾਹੀਦੇ ਨੇ. ਐਬਸੋਲੂਟਲੀ, ਬਿਲਕੁਲ ਸਹੀ ਗੱਲ ਹੈ ਕਿ ਇਹਨਾਂ ਨੇ 16 ਲੱਖ ਰੁਪਇਆ. So I believe
you know, I think ਜਦੋਂ receipts ਦੀ ਆਪਾਂ ਗੱਲ ਕਰ ਰਹੇ ਸੀ, receipts ਦੇ ਵਿੱਚ ਇਹ ਹੋ ਜਾਂਦਾ ਹੈ ਕਿ sometimes people they would like to pay in cash, but 16 lakh is a huge is amount. a ਜੇ lot ਤੁਸੀਂ of money 16 lakh ਦੀ transaction ਆਪਾਂ cash ਦੇ ਵਿੱਚ ਕਰਨ ਬਾਰੇ ਸੋਚ ਰਹੇ ਹਾਂ, ਜੀ then we should ਤੁਸੀਂ ਉਸ ਚੀਜ਼ ਦੀ credibility ਦੇ concerns ਕਦੇ ਵੀ ਆਣ, you would not be able to prove, but I hope we can still, you know, we could have some yeah so other the evidence. world hasn't crashed yet, so there is still hope provided even now you speak with some right person. so मैं strongly recommend करूँगा phone number ਤੁਹਾਡਾ ਅਸੀਂ display ਤੇ ਲਾਇਆ ਜੀ ਵੱਡੇ ਵੱਡੇ ਅੱਖਰਾਂ 'ਚ ਕਿ they can call you up 6474658894 6399981992 ਇਹ ਨੰਬਰ ਬੜੇ ਇੰਪੋਰਟੈਂਟ ਹੈ, ਸਾਂਭ ਕੇ ਰੱਖਣੇ ਚਾਹੀਦੇ ਆ ਕਿਉਂਕਿ ਇੱਥੋਂ ਤੁਹਾਨੂੰ ਕੋਈ ਨਾ ਕੋਈ ਬ੍ਰੇਕ ਮਿਲ ਸਕਦੀ ਹੈ, ਪ੍ਰੋਪਰ ਤੁਸੀਂ ਕੰਮ ਕਰ ਸਕਦੇ ਹੋ। ਬਿਲਕੁਲ ਬਹੁਤ ਚੰਗੀ ਗੱਲ ਹੈ। ਇਸ ਤੋਂ ਇਲਾਵਾ ਹੋਰ ਨਵੀਂ ਤਾਜੀ ਕੀ ਚੱਲ ਰਹੀ ਜੀ ਇਮੀਗ੍ਰੇਸ਼ਨ ਦੇ ਵਿੱਚ, ਵਾਟਸ ਗੋਇੰਗ ਔਨ? ਜੀ ਸੋ ਨਵੀਂ ਤਾਜ਼ੀ ਇਹ ਹੈਗੀ ਹੈ ਜੀ, ਐਕਸਪ੍ਰੈਸ ਐਂਟਰੀ ਦਾ ਡਰਾ ਹੈ 481 ਤੇ, ਐਂਡ ਇਹੀ ਸਭ ਤੋਂ ਆਈ ਵੁੱਡ ਸੇ ਕਿ ਇਹ ਸਭ ਲਈ ਇੱਕ ਅੱਛੀ ਨਿਊਜ਼ ਹੈ ਕਿਉਂਕਿ ਪਹਿਲਾਂ ਵਿਦ ਦ ਪ੍ਰੀਵੀਅਸ ਕਟ ਆਫ ਵਾਸ ਸੋ ਹਾਈ ਐਂਡ ਦੇ ਵਰ ਨਾਟ ਏਬਲ ਟੂ ਲਾਈਕ ਬਹੁਤ ਆਈਟੀਐਸ ਤਾਂ ਦੇਖੋ ਜਿਹੜੀ ਸਭ ਤੋਂ ਪਹਿਲਾਂ ਨਿਊਜ਼ ਆਈ ਹੈ ਉਹ ਤਾਂ ਇਹ ਆਈ ਹੈ ਜਿਹੜੀ ਆਈ ਥਿੰਕ ਇਟ ਵਾਸ ਬੀਇੰਗ not sure the date, but this was in regards to jada post graduation work permit extension policy आई है, and that too for 18 months. So mere khud de clients काफी they were suffering from this situation jithe ਉਹਨਾਂ ਦੇ work permits were expiring or has already expired क्योंकि कट ऑफ बहुत ज़्यादा चल रहा सी express entry दा, and they were not able to meet the requirements, like requirements ki unna nu you know, they were not, they never had sufficient CRS score. So jehdi recent update, I mean, if I have to tell the recent score, I'm sure it's closer to 481. So ਜਿਨ੍ਹਾਂ ਦੀ express entry ਦੇ ਵਿੱਚ ਹਾਲੇ ਵੀ profiles ਉਹਨਾਂ ਨੇ ਇਸ ਕਰਕੇ ਨਹੀਂ ਬਣਾਈਆਂ ਕਿ we are not too sure, please guys, let's jump into the market right now. This is the right time. Probably next is your ITA, you never know. ਤੁਸੀਂ ਸਿਰਫ ਇੱਕ ਆਪਣੀ express entry ਦੀਆਂ profiles ਬਣਾ ਕੇ ਰੱਖੋ. We are expecting ਕਿ ਜਿਹੜਾ next draw ਹੋਏਗਾ ਉਹਦੇ ਵਿੱਚ probably current score ਨਾਲੋਂ ਵੀ cut off ਨੀਚੇ ਜਾਏਗਾ. that's a good news ਜੀ। ਹੁਣ ਕਈ ਚੀਜ਼ਾਂ ਹੋ ਗਈਆਂ ਜਿਵੇਂ ਆਇਲਸ ਨੂੰ ਚੇਂਜ ਕਰਕੇ PTE ਕਰ ਦਿੱਤਾ, that was one better option for many people looking to move to Canada. ਦੂਸਰੀ ਤੁਸੀਂ ਜਿਹੜੀ ਗੱਲ ਕਰਦੇ ਹੋ ਇਹਦੇ ਵਿੱਚ ਵੀ ਲੋਕਾਂ ਨੂੰ ਬੈਨੀਫਿਟ ਹੋ ਸਕਦਾ। तो बहुत बहुत शुक्रिया गुरलीन जी, I appreciate your patience, and once again I will apologize कि I didn't see you because the system was set up differently and I forgot to change the screen. Not a problem, Mr. So Paul we'll Cheema see ji. you on Friday। ਜੇ ਕਦੇ ਜ਼ਰੂਰਤ ਚੰਗੀ ਗੱਲ ਹੋਏ ਸਾਨੂੰ ਤੁਸੀਂ ਕਦੇ ਵੀ ਕਾਲ ਕਰ ਸਕਦੇ ਹੋ। ਕੋਈ ਹੁੰਦਾ ਨਾ ਕਿ ਵਾਰੀ ਹਾਰਟ ਆਫ ਦਾ ਪ੍ਰੈਸ ਖਬਰ ਆਂਦੀ ਹੈ, you can just call in and we will take your call right away ki aa chal rahi hai gal, and feel free to join us anytime you want. That will be an honor. Definitely. It's always a pleasure to be here on this platform, and it's really a very sincere support to the community. ਜਿਹੜਾ ਤੁਸੀਂ PC24 ਦੇ ਉੱਤੇ privilege ਆ ਕਿ anybody, like I was looking into it, so many realtors, they are sharing their opinions. Same goes for insurance brokers and immigration field ਦੇ ਵਿੱਚੋਂ ਵੀ ਕਿੰਨੇ consultants are there, they're sharing their prestige knowledge. So you are serving the community by running the show. Thank you very much for kind words ਜੀ। so ਮੈਂ ਤੁਹਾਨੂੰ next Friday ਫਿਰ ਤੁਹਾਨੂੰ ਰਿਮਾਈਂਡ ਕਰਾਉਂਗਾ ਕਿ ਆ ਜਾਓ। I know you are extremely occupied, I totally get it। ਤੁਹਾਡੇ ਕੋਲ ਮੈਨੂੰ ਲੱਗਦਾ ਰੋਟੀ ਖਾਣ ਦਾ ਟਾਈਮ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਕਿ ਤੁਸੀਂ ਬਸ ਤੁਰਦੇ ਫਿਰਦੇ ਭੱਜੇ ਖਾਈ ਜਾਂਦੇ ਹੋ। I see you eating like that, I visualize you eating like that। Well, it's a pleasure. Thank God I'm not busy, and you know, it is how life is, and I'm happy. Already. Thank you, Fantastic. Mr. Paul Cheema. I'll see you next Friday. Thank you very much। Bye-bye. Thank you very much। ਇਹ ਸੀ ਸਾਡੇ ਨਾਲ ਗੁਰਲੀਨ ਔਜਲਾ ਜੀ ਫਰੋਮ Fourway ਇਮੀਗ੍ਰੇਸ਼ਨ। ਤੁਸੀਂ ਇਹਨਾਂ ਨੂੰ ਕਦੇ ਵੀ ਕਾਲ ਕਰ ਸਕਦੇ ਹੋ। ਇਹਨਾਂ ਨੂੰ ਕਾਲ ਕਰਕੇ ਜੇ ਤੁਸੀਂ ਸਟੂਡੈਂਟ ਹੋ, ਤੁਸੀਂ ਇਸ ਕਰੰਟ ਸਿਨੈਰੀਓ ਨੂੰ ਫੇਸ ਕਰ ਰਹੇ ਹੋ ਡੈਪੋਟੇਸ਼ਨ ਦਾ, ਕਿਉਂਕਿ ਤੁਹਾਡੇ ਨਾਲ ਧੱਕਾ ਹੋਇਆ, ਗਲਤ ਗੱਲ ਹੋਈ, ਦੁਆਵਾਂ ਚੰਗੀਆਂ ਨੇ ਜੀ, ਕਰਨੀਆਂ ਚਾਹੀਦੀਆਂ, ਪਰ ਤੁਹਾਨੂੰ ਐਫਰਟਸ ਵੀ ਕਰਨੇ ਚਾਹੀਦੇ ਆ।
ਮੈਂ ਫਿਰ ਸਲਾਹ ਤੁਹਾਨੂੰ ਦਊਂਗਾ ਕਿ ਗੁਰਲੀਨ ਔਜਲਾ ਤੁਸੀਂ ਰੀਚ ਆਊਟ ਕਰੋ, ਉਹਨਾਂ ਨੂੰ ਕਹੋ ਜੀ ਸਾਨੂੰ ਦੱਸੋ ਕਿ ਅਸੀਂ ਕਿੱਦਾਂ ਫਿਕਸ ਕਰ ਸਕਦੇ ਹਾਂ। ਉਹਨਾਂ ਦਾ ਫੋਨ ਨੰਬਰ ਜਿਹੜੇ 6474658894 ਹੈ ਜੀ, 6399981992 ਹੈ। ਸੋ ਅਸੀਂ ਕਹਾਂਗੇ ਕਿ ਜਿੰਨੇ ਵੀ ਇਸ ਮਸਲੇ ਤੋਂ ਪ੍ਰਭਾਵਿਤ ਲੋਕ ਹੈਗੇ ਆ, ਜਿਨ੍ਹਾਂ ਦੀ ਕਿ ਡੈਪੂਟੇਸ਼ਨ ਫੇਸ ਕਰ ਰਿਹਾ, CBSA ਨੇ ਨੋਟਿਸ ਸਰਵ ਕਰ ਦਿੱਤੇ ਆ, ਕਿਰਪਾ ਕਰਕੇ ਆਪਣੇ ਪ੍ਰੋਟੈਕਸ਼ਨ ਵਾਸਤੇ ਤੇ ਬੈਸਟ ਰਿਪਰੈਜ਼ੈਂਟੇਸ਼ਨ ਵਾਸਤੇ ਗੁਰਲੀਨ ਔਜਲਾ ਨੂੰ ਰੀਚ ਆਊਟ ਜ਼ਰੂਰ ਕਰ ਲੈਣਾ। ਇਟ ਇਜ਼ ਰੀਅਲੀ ਕ੍ਰਿਟੀਕਲ ਦੈਟ ਯੂ ਰੀਚ ਆਊਟ ਟੂ ਦਾ ਰਾਈਟ ਪਰਸਨਲ। ਸਾਨੂੰ ਦੱਸਣਾ ਤੁਹਾਡਾ ਤਜਰਬਾ ਕਿੱਦਾਂ ਰਿਹਾ, ਤੁਹਾਡੇ ਐਕਸਪੀਰੀਅੰਸ ਗੁਰਲੀਨ ਜੀ ਨਾਲ ਕਿੱਦਾਂ ਰਿਹਾ, ਐਂਡ ਵੀ ਵਿਲ ਲਵ ਟੂ ਹੀਅਰ ਯੂਰ ਸਟੋਰੀਜ਼। ਤੇ ਇਸ ਤੋਂ ਬਾਅਦ ਅਸੀਂ ਅੱਜ ਪ੍ਰੋਗਰਾਮ ਜਲਦੀ ਤਾਂ ਸਮਾਪਤ ਨਹੀਂ ਕਰ ਰਹੇ, ਲੇਟ ਕਰ ਰਹੇ, ਕਿਉਂਕਿ ਪਹਿਲਾਂ ਅਸੀਂ ਆਪਣੇ ਉਹਨਾਂ ਦਾ ਬੋਲਦੇ ਰਹੇ। ਤੇ ਅਸੀਂ ਜਿਹੜਾ ਟੌਪਿਕ ਸੀਗਾ ਕਿ ਇਜ਼ ਇਟ ਰਾਈਟ ਟਾਈਮ ਫੋਰ ਦਾ ਹੋਮ ਓਨਰਸ ਟੂ ਸੈਲ ਬਾਈ ਦੈਮਸੈਲਫ, ਇਹਨੂੰ ਅਸੀਂ ਫਿਰ ਕੱਲ ਕੰਟੀਨਿਊ ਕਰਾਂਗੇ। ਅੱਜ ਸਾਨੂੰ ਇਸ ਵਕਤ ਮੌਕਾ ਥੋੜ੍ਹੀ ਇਜਾਜ਼ਤ ਦਿਓ ਜਾਣ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਹੋਣਾ ਚਾਹਾਂਗੇ ਜਿਨ੍ਹਾਂ ਨੇ ਆਪਣੇ ਪਰਿਵਾਰ ਦਾ ਕੋਈ ਜੀਅ ਗਵਾ ਲਿਆ। ਪਰਮਾਤਮਾ ਵਿਚਲੀ ਰੂਹ ਨੂੰ ਆਪਣੇ ਚਰਨੀ ਸਥਾਨ ਬਖਸ਼ੇ ਤੇ ਤੁਹਾਨੂੰ ਇਸ ਸਦਮੇ ਤੋਂ ਉੱਭਰਨ ਦਾ ਬਲ ਬਖਸ਼ੇ। ਅਸੀਂ ਕੱਲ ਤੁਹਾਨੂੰ ਮਿਲਾਂਗੇ ਸੈਟਰਡੇ ਨੂੰ 10:30 ਤੋਂ 11:30 ਵਜੇ। ਤਦ ਤੱਕ